ਸੋ ਕਿਸ ਤਰ੍ਹਾਂ ਦੇ ਪ੍ਰੀਵੀਅਸ ਟੌਪਿਕਸ ਆਏ ਨੇ, ਆਪਾਂ ਥੋੜ੍ਹਾ ਉਸ ਦੇ ਬਾਰੇ ਡਿਸਕਸ਼ਨ ਅੱਜ ਕਰਦੇ ਹਾਂ। ਇਹ ਸਾਰੀ ਬਾਈਫਰਕੇਸ਼ਨ ਹੈਗੀ ਹੈ ਡਿਟੇਲਡ ਟੌਪਿਕ ਵਾਈਜ਼ ਕਿ ਕਿਸ ਚੋਂ ਕੀ ਆਉਂਦਾ। ਓਕੇ, ਤਾਂ ਸਭ ਤੋਂ ਜਿਹੜਾ BEEE ਦਾ ਬੇਸਿਕ ਹੈਗਾ ਉਹ ਹੈਗਾ ਰੈਜ਼ਿਸਟੈਂਸ ਆਰ, ਰੈਜ਼ਿਸਟੈਂਸ ਤੇ ਇੰਡਕਟਰ ਐਲ। ਠੀਕ ਹੈ, ਇਸ ਦੇ ਬੇਸ ਤੇ ਅਰਾਊਂਡ 8 ਕੁਐਸਚਨ ਆਉਂਦੇ ਨੇ ਸਿੱਧੇ ਸਿੱਧੇ ਪੇਪਰ 'ਚ। ਠੀਕ ਹੈ ਨਾ, ਰੈਜ਼ਿਸਟੈਂਸ ਕੀ ਹੁੰਦਾ, ਸੀਰੀਜ਼ ਪੈਰਲਲ ਅਰੇਂਜਮੈਂਟ ਪੁੱਛ ਲੈਂਦੇ ਨੇ, ਫਲੋ ਆਫ ਕਰੰਟ ਇਸ ਦੇ ਵਿੱਚ ਪੁੱਛ ਲੈਂਦੇ ਨੇ, ਹੈ ਨਾ। ਥੋੜ੍ਹਾ ਬਹੁਤ ਕਿ ਪ੍ਰੋਪਰਟੀ ਕੀ ਹੈ, ਇਹ ਮੈਟਲ ਕਿਸ ਟਾਈਪ ਦੀ ਬਣੀ ਹੁੰਦੀ ਹੈ ਨਾ, ਰੈਜ਼ਿਸਟੈਂਸ ਵਧੇਗਾ ਘਟੇਗਾ ਕਿਸ ਤਰ੍ਹਾਂ ਹੋਏਗਾ, ਟੈਂਪਰੇਚਰ ਇੰਪੈਕਟ, ਠੀਕ ਹੈ, ਇਸ ਦੇ ਬਾਰੇ ਪੁੱਛ ਲੈਂਦੇ ਨੇ। ਓਕੇ, ਤਾਂ ਅਰਾਊਂਡ ਤੁਸੀਂ ਐਂ ਕਹਿ ਲਓ ਵੀ ਕਿੱਦਾਂ ਇੰਪੋਰਟੈਂਟ ਟੌਪਿਕ ਹੋਵੇ, ਸਿੱਧੇ 8 ਕੁਐਸਚਨ ਇਕੱਲੇ ਰੈਜ਼ਿਸਟੈਂਸ 'ਚ ਹੀ ਆਈ ਜਾਂਦੇ ਨੇ। ਓਕੇ, ਠੀਕ ਹੈ, ਤਾਂ ਅਰਾਊਂਡ 13% ਇਹ ਪੇਪਰ ਇਕੱਲਾ ਰੈਜ਼ਿਸਟੈਂਸ ਕਵਰ ਕਰ ਜਾਂਦਾ ਅਗਰ ਤੁਸੀਂ ਇਸ ਨੂੰ ਕਵਰ ਕਰ ਲੈਂਦੇ ਹੋ। ਓਕੇ, ਤਾਂ ਸਿਮਿਲਰਲੀ KCL KVL ਲਾਜ਼ ਤੇ ਕਰੰਟ ਦੇ ਸਿੰਪਲ ਕਰੰਟ ਤੇ ਕਿ ਕਰੰਟ ਦੀ ਕੀ ਪ੍ਰੋਪਰਟੀ ਹੁੰਦੀ ਹੈ, ਫਲੋ ਆਫ ਇਲੈਕਟ੍ਰੋਨ, ਹੈ ਨਾ, ਇਸ ਦੇ ਬੇਸ ਤੇ 2 ਜਾਂ 3 ਕੁਐਸਚਨ ਆਸ ਕਰਦੇ ਨੇ। ਠੀਕ ਹੈ, ਫਿਰ ਇਸ ਤੋਂ ਆਉਂਦਾ KCL ਤੇ KVL, ਕਿਰਚਿਅਫਸ ਕਰੰਟ ਲਾ ਤੇ ਕਿਰਚਿਅਫਸ ਵੋਲਟੇਜ ਲਾ, ਜਿਹਦੇ ਵਿੱਚ ਆਪਣੇ ਕੋਲ ਥਿਓਰਮਸ ਵੀ ਆ ਜਾਂਦੀਆਂ। ਠੀਕ ਹੈ, ਨੋਰਟਨ ਥਿਓਰਮ ਤੇ ਥੈਵਨਨ ਥਿਓਰਮ, ਹੈ ਨਾ, ਇਸ ਟਾਈਪ ਦੀਆਂ ਇਕੁਏਸ਼ਨਸ ਆ ਜਾਂਦੀਆਂ। ਤਾਂ ਇਹ ਜਿਹੜੀਆਂ ਥਿਓਰਮਸ ਹੈ ਇਸ ਦੇ ਬੇਸ ਤੇ 3 ਕੁਐਸਚਨ ਆਸਕ ਹੁੰਦੇ ਨੇ। ਤਾਂ ਮਤਲਬ ਤੁਸੀਂ ਐਂ ਕਹੋਗੇ ਵੀ ਥਿਓਰਮ ਤੇ ਸਰ ਸਾਡਾ ਪੂਰਾ ਜ਼ੋਰ ਲੱਗ ਗਿਆ, 2 ਘੰਟੇ ਲੱਗ ਗਏ, ਹੈ ਨਾ, ਪਰ ਕੁਐਸਚਨ ਤਾਂ 3 ਹੀ ਆਉਂਦੇ ਨੇ, ਹੈ ਨਾ। ਪਰ ਫਿਰ ਵੀ ਮੈਂ ਤੁਹਾਨੂੰ ਕਹੂੰਗਾ ਇਹ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਕਿਉਂ ਹੈ ਕਿ ਅਗਰ ਤੁਹਾਨੂੰ ਥਿਓਰਮ ਆਉਂਦੀ ਹੈ ਤਾਂ ਤੁਸੀਂ ਆਰਾਮ ਨਾਲ ਪੇਪਰ ਨੂੰ ਇਹ ਸੋਲਵ ਕਰ ਸਕਦੇ ਹੋ। ਅਤੇ ਦੂਸਰੀ ਗੱਲ, ਇਹ ਤੁਹਾਡਾ ਕੌਨਫੀਡੈਂਸ ਬਹੁਤ ਬੂਸਟ ਕਰਦੀ ਹੈ। ਜੇ ਤੁਸੀਂ ਇਹ ਥਿਓਰਮ ਕਰ ਲਿਆ ਨਾ, ਤੁਸੀਂ ਸਮਝ ਲਓ ਵੀ ਇਹ ਦੋਨੋਂ ਟੌਪਿਕ ਤੁਹਾਡੇ ਆਰਾਮ ਨਾਲ ਹੋ ਜਾਣਗੇ। ਤਾਂ ਮਤਲਬ ਤੁਸੀਂ ਇਸ ਪੂਰੇ ਦੇ ਪੂਰੇ ਸਿਲੇਬਸ ਨੂੰ ਕਲੋਜ਼ ਕਰ ਦਿਓ, ਵਿਚ ਇਜ਼ 23% ਇਨ ਨੇਚਰ। ਠੀਕ ਹੈ ਜੀ, ਸਮਝ ਗਏ ਗੱਲ ਨੂੰ। ਤਾਂ ਅਰਾਊਂਡ 13-14 ਕੁਐਸਚਨ ਜਿਹੜੇ ਆ ਤੁਸੀਂ ਬੇਸਿਕਸ ਦੇ ਵਿੱਚੋਂ ਸਿੱਧੇ ਫਰੀਜ਼ ਅਪ ਕਰ ਦਿੰਦੇ ਹੋ। ਅਤੇ ਬੇਸਿਕ ਹਜੇ ਖਤਮ ਨਹੀਂ ਹੋਇਆ, ਬੇਸਿਕਸ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ ਹਜੇ ਖਤਮ ਹੀ ਨਹੀਂ ਹੋਇਆ। ਤਾਂ ਮੈਗਨੈਟਿਕ ਦਾ ਕੁਛ ਚੈਪਟਰ ਹੈਗਾ ਜਿਹਦੇ ਵਿੱਚ ਮੈਗਨੈਟਿਕ ਸਰਕਿਟਸ ਆ ਜਾਂਦੇ ਨੇ, ਮੈਗਨੈਟਿਕ ਇੰਡਕਸ਼ਨ ਆ ਜਾਂਦੀ ਹੈ। ਠੀਕ ਹੈ, ਫੈਰਾਡੇਜ਼ ਫਸਟ ਲਾਅ, ਸੈਕਿੰਡ ਲਾਅ ਆ ਜਾਂਦਾ, ਫਲੇਮਿੰਗਸ ਲੈਫਟ ਹੈਂਡ ਰੂਲ, ਰਾਈਟ ਹੈਂਡ ਰੂਲ ਆ ਜਾਂਦਾ। ਤਾਂ ਉਸ ਦੇ ਵਿੱਚ ਵੀ 2 ਤੋਂ 3 ਕੁਐਸਚਨ ਆਰਾਮ ਨਾਲ ਆਉਂਦੇ ਨੇ। ਠੀਕ ਹੈ, ਇੰਕਲੂਡਿੰਗ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਠੀਕ ਹੈ, ਓਕੇ। ਇਸ ਤੋਂ ਬਾਅਦ ਆਉਂਦਾ ਹੈਗਾ AC ਕਨਸੈਪਟ, AC ਵੋਲਟੇਜ ਕੀ ਹੁੰਦੀ ਹੈ ਨਾ, ਉਸਦਾ ਘਰਾਂ ਦੇ ਰਿਲੇਟਡ ਕਿਵੇਂ ਪਾਵਰ ਸਪਲਾਈ ਆਉਂਦੀ ਹੈ, ਕਿਵੇਂ ਜਾਂਦੀ ਹੈ ਨਾ। ਆਲਰੇਡੀ ਮੈਂ ਥੋੜ੍ਹਾ ਜਿਹਾ ਕਨਸੈਪਟ ਕਰਾ ਚੁੱਕਿਆ, ਹੈ ਨਾ, ਉਸ ਦੇ ਰਿਗਾਰਡਿੰਗ ਕੁਐਸਚਨ ਪੁੱਛੇ ਜਾਂਦੇ ਨੇ। ਦਿਸ ਇਜ਼ ਅਪ ਟੂ ਦੈਟ ਇਜ਼ ਆਵਰ ਬੇਸਿਕਸ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ। ਠੀਕ ਹੈ, ਇੱਕ JV ਗੁਪਤਾ ਦੀ ਪਤਲੀ ਜਿਹੀ ਬੁੱਕ ਆਉਂਦੀ ਹੈ BEEE ਦੀ, ਜੇ ਤੁਸੀਂ ਉਹ ਵੀ ਕਰ ਲਓਗੇ ਦੈਟ ਇਜ਼ ਮੋਰ ਦੈਨ ਇਨਫ ਫॉर ਦਿਸ ਵਨ। ਅਤੇ ਚੈਪਟਰ ਕਿੰਨਾ ਕੰਪਲੀਟ ਕਰਦਾ ਤੁਸੀਂ ਦੇਖ ਲਓ, 8 ਤੇ 3 11 ਤੇ 3 14 ਤੇ 3 17 17 ਤੇ 2 19 ਦੇ ਅਰਾਊਂਡ ਕੁਐਸਚਨ ਅਰਾਊਂਡ ਜਿਹੜੇ ਨੇ ਇਸ ਦੇ ਵਿੱਚੋਂ ਫੋਲ ਕਰਦੇ ਨੇ ਸਿੱਧੇ 19 ਕੁਐਸਚਨ, ਹੈ ਨਾ, ਜਾਂ ਮੋਟੇ ਤੌਰ ਤੇ ਕਹਿ ਲਓ 20 ਕੁਐਸਚਨ ਸਿੱਧੇ ਇਸ ਚੋਂ ਫੋਲ ਕਰਦੇ ਨੇ, ਹੈ ਨਾ। ਤਾਂ ਇਟਸ ਅ ਬਿਗ ਪੋਰਸ਼ਨ, ਇਟਸ ਅ ਬਿਗ ਪੋਰਸ਼ਨ। ਇੱਕ ਮੇਜਰਮੈਂਟ ਹੈ, ਇਲੈਕਟ੍ਰੋ ਮੈਗਨੈਟਿਕ ਇੰਸਟਰੂਮੈਂਟਸ ਆਉਂਦੇ ਨੇ, ਮੈਗਨੈਟਿਕ ਇੰਸਟਰੂਮੈਂਟਸ ਆਉਂਦੇ ਨੇ, ਹੈ ਨਾ। ਮੇਜਰਮੈਂਟ ਐਂਡ ਇੰਸਟਰੂਮੈਂਟੇਸ਼ਨ ਬੇਸਿਕਲੀ ਟੌਪਿਕ ਦਾ ਨਾਮ ਹੈ। ਉਸ ਦੇ ਵਿੱਚੋਂ ਥੋੜ੍ਹੇ ਜਿਹੇ ਕੁਐਸਚਨ ਘੱਟ ਪੁੱਛਦੇ ਨੇ, 2 ਜਾਂ 3 ਕੁਐਸਚਨ ਇਸ ਦੇ ਵਿੱਚੋਂ ਆਉਂਦੇ ਨੇ। ਓਕੇ, ਇਹ ਕੁਐਸਚਨ ਯੂਜ਼ਲੀ ਬੜੇ ਸਿੰਪਲ ਹੁੰਦੇ ਨੇ ਅਤੇ ਤੁਹਾਡੀ ਬੇਸਿਕ ਅਪਰੋਚ ਨੂੰ ਚੈਲੰਜ ਕਰਦੇ ਨੇ, ਉਸ ਦੇ ਬੇਸ 'ਤੇ ਹੁੰਦੇ ਨੇ। ਜੇ ਇਸ 'ਚੋਂ ਕੋਈ ਟਫ ਕੁਐਸਚਨ ਵੀ ਆਉਂਦਾ ਤਾਂ ਇਹਦਾ ਮਤਲਬ ਇਹ ਨਹੀਂ ਤੁਸੀਂ ਇਸ ਪੋਰਸ਼ਨ 'ਤੇ ਬਾਹਲਾ ਮੱਥਾ ਮਾਰੋ। ਠੀਕ ਹੈ, ਇਸ 'ਚੋਂ ਕੁਝ ਮੇਨ ਕਨਸੈਪਟ ਹੋਣਗੇ, ਵੀ ਵਿਲ ਟਰਾਈ ਟੂ ਕਵਰ ਇਟ ਅਪ। ਓਕੇ, ਇਹਨੂੰ ਜਲਦੀ ਆਪਾਂ 2 ਜਾਂ 3 ਲੈਕਚਰ ਵਿੱਚ ਟਰਾਈ ਟੂ ਵਾਈਂਡ ਅਪ ਕਰਾਂਗੇ। ਠੀਕ ਹੈ, ਜਿਹੜੇ ਮੇਨ ਇੰਪੋਰਟੈਂਟ ਟੌਪਿਕ ਹੋਣਗੇ। ਨਾਓ ਲੈਟਸ ਕਮ ਬੈਕ ਟੂ ਦ ਮੇਨ ਚੈਪਟਰ ਵਿਚ ਇਜ਼ ਇਲੈਕਟ੍ਰੀਕਲ ਮਸ਼ੀਨਸ। ਇਲੈਕਟ੍ਰੀਕਲ ਮਸ਼ੀਨਸ ਦੇ ਵਿੱਚ ਬੇਸਿਕਲੀ 2 ਪਾਰਟ ਨੇ, ਇੱਕ ਤਾਂ ਸਿੰਕਰੋਨਸ ਮਸ਼ੀਨ, ਇੱਕ ਬਾਕੀ ਸਾਰੀਆਂ ਹੀ ਮਸ਼ੀਨਾਂ, ਇੰਡਕਸ਼ਨ ਮਸ਼ੀਨ, DC ਮਸ਼ੀਨ, DC ਮੋਟਰ, ਇੰਡਕਸ਼ਨ ਮੋਟਰ। ਓਕੇ, ਤਾਂ ਉਸ ਦੇ ਵਿੱਚੋਂ ਅਰਾਊਂਡ 12 ਕੁਐਸਚਨ ਆਉਂਦੇ ਨੇ, ਅਤੇ ਸਿੰਕਰੋਨਸ ਮਸ਼ੀਨ ਦੇ ਵਿੱਚੋਂ 3 ਕੁਐਸਚਨ ਆਉਂਦੇ। ਤਾਂ ਟੋਟਲ 15 ਕੁਐਸਚਨ ਜਿਹੜੇ ਨੇ ਇਸ ਪੇਪਰ 'ਚ ਆਉਂਦੇ ਨੇ, ਜਾਂ ਫਿਰ ਕਹਿ ਲਓ 25% ਅਰਾਊਂਡ ਕੁਐਸਚਨ ਜਿਹੜੇ ਨੇ, 25%, ਹੈ ਨਾ, ਪੇਪਰ ਜਿਹੜਾ ਹੈਗਾ ਸਿਰਫ ਮਸ਼ੀਨ ਦੇ ਵਿੱਚੋਂ ਆਉਂਦਾ। ਓਕੇ, ਇਸ ਤੋਂ ਬਾਅਦ ਹੈਗਾ ਜਨਰੇਸ਼ਨ, ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਦਾ ਪੇਪਰ। ਓਕੇ, ਇਸ ਵਿੱਚ ਕੀ ਹੈ, ਪਾਵਰ ਜਨਰੇਟ ਕਿਵੇਂ ਹੁੰਦੀ ਹੈ, ਟਰਾਂਸਮਿਟ ਕਿਵੇਂ ਹੁੰਦੀ ਹੈ, ਡਿਸਟਰੀਬਿਊਟ ਕਿਵੇਂ ਹੁੰਦੀ ਹੈ। ਇਸ ਦੀ ਬਹੁਤ ਬੇਸਿਕ ਕਨਸੈਪਟ ਇਸ ਦੇ ਉੱਤੇ ਪੁੱਛੇ ਜਾਂਦੇ ਨੇ। ਕੋਈ ਟਫ ਕੁਐਸਚਨ ਨਹੀਂ ਇਸ 'ਚੋਂ ਆਉਂਦਾ, ਕੋਈ ਨੁਮੈਰੀਕਲ ਬੇਸ ਨਹੀਂ ਇਸ 'ਚੋਂ ਆਉਂਦਾ, ਦੇ ਆਰ ਰੀਅਲੀ ਵੈਰੀ ਸਿੰਪਲ। ਠੀਕ ਹੈ, ਤਾਂ ਵਧੀਆ ਅਮਾਊਂਟ 'ਚ ਕੁਐਸਚਨ ਜਾਂ ਪਰਸੈਂਟੇਜ ਦੀ ਫੋਲੋ ਕਰਦੀ ਹੈ। 8 ਕੁਐਸਚਨ ਨੇ, 14% ਅਰਾਊਂਡ ਕਵਰ ਕਰ ਜਾਂਦੇ ਨੇ। ਇੱਕ ਪੇਪਰ ਹੈਗਾ ਐਸਟੀਮੇਸ਼ਨ ਐਂਡ ਕੋਸਟਿੰਗ ਦਾ। ਠੀਕ ਹੈ, ਸੌਰੀ, ਇਸ ਦੇ ਵਿੱਚ ਜਿਹੜਾ ਹੁਣ PSTCL ਦਾ ਪੇਪਰ ਹੋਏਗਾ, ਆਈ ਥਿੰਕ ਉਸ ਦੇ ਵਿੱਚ 10 ਤੋਂ 12 ਕੁਐਸਚਨ ਆਰਾਮ ਨਾਲ ਪੁੱਛੇ ਜਾਣਗੇ, ਹੋ ਸਕਦਾ 15 ਤੱਕ ਵੀ ਚਲਾ ਜਾਵੇ।
ਤਾਂ ਇਸ 'ਤੇ ਆਪਾਂ ਕਾਫੀ ਜ਼ੋਰ ਦੇ ਕੇ ਇਸ ਸਬਜੈਕਟ ਵੀ ਕਰਾਂਗੇ, ਠੀਕ ਹੈ। ਮੇਰਾ ਬੇਸਿਕ ਹੁਣ ਇਸ 'ਤੇ ਵੀ ਮਤਲਬ ਆਪਾਂ ਜ਼ੋਰ ਦੇਵਾਂਗੇ, ਬਹੁਤ ਜ਼ੋਰ ਦੇਵਾਂਗੇ ਇਸ 'ਤੇ, ਓਕੇ। ਇੱਕ ਐਸਟੀਮੇਸ਼ਨ ਐਂਡ ਕੋਸਟਿੰਗ ਹੈ, ਇਹ PSPCL ਦੇ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਹੈ। ਇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਡਿਮਾਂਡ ਫੈਕਟਰ, ਲੋਡ ਫੈਕਟਰ, ਪੀਕ ਲੋਡ ਫੈਕਟਰ, ਓਕੇ, ਹਾਈਡਲ ਪਲਾਂਟ ਕਿਵੇਂ ਜਿਹਾ ਹੁੰਦਾ ਹੈ, ਥੋੜ੍ਹਾ ਜਿਹਾ ਉਸ ਟਾਈਪ ਨਾਲ ਮਤਲਬ ਕੁਝ ਕੁਐਸਚਨਸ ਜੇ ਪੁੱਛ ਲੈਂਦੇ ਹੁੰਦੇ, ਠੀਕ ਹੈ। 2 ਕੁਐਸਚਨ ਉਸ 'ਚੋਂ ਆਏ। ਹੁਣ ਇਹ ਵਾਲਾ ਪਾਰਟ ਬੜਾ ਇੰਪੋਰਟੈਂਟ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੈ, ਅਤੇ ਆਪਾਂ ਇਸ 'ਤੇ ਸਭ ਤੋਂ ਘੱਟ ਫੋਕਸ ਕਰਨ ਵਾਲੇ ਹਾਂ। ਰੀਜ਼ਨ ਕੀ ਹੈ, ਇਸ 'ਚੋਂ 8 ਕੁਐਸਚਨ ਆਉਣੇ ਨੇ, ਬਹੁਤ ਅਮਾਊਂਟ ਹੁੰਦੀ ਹੈ ਉਸ ਦਾ 8 ਕੁਐਸਚਨ, 13% ਪੇਪਰ ਹੋ ਗਿਆ, ਠੀਕ ਹੈ, 13% ਪੇਪਰ ਹੋ ਗਿਆ। ਪਰ ਇਹ ਬਹੁਤ ਬੇਸਿਕ ਹੁੰਦਾ, ਬਹੁਤ ਜ਼ਿਆਦਾ ਬੇਸਿਕ, ਠੀਕ ਹੈ। ਜਿਹਦੇ ਵਿੱਚ ਕੀ ਹੁੰਦਾ ਹੈਗਾ, ਡਾਇਡ, ਰੈਕਟੀਫਾਇਰ, ਮੋਸਫੈਟ, FET, ਠੀਕ ਹੈ, ਟਰਾਂਜ਼ਿਸਟਰ, NPN, PNP, ਹੈ ਨਾ, ਸੋਲਰ ਡਾਇਡਸ ਵਗੈਰਾ, ਉਸ ਦੇ ਰਿਗਾਰਡਿੰਗ ਕੁਐਸਚਨ ਪੁੱਛਦੇ ਨੇ। ਇੱਕ ਸਭ ਤੋਂ ਮੇਨ ਕੁਐਸਚਨ ਆਉਂਦਾ ਹੈਗਾ ਓਪ ਐਂਪ ਐਂਪਲੀਫਾਇਰ ਦਾ। ਓਪ ਐਂਪ ਐਂਪਲੀਫਾਇਰ ਦਾ ਇੱਕ ਕੁਐਸਚਨ ਆਉਣਾ ਹੁੰਦਾ, ਅਤੇ ਉਹ ਬੇਸਿਕ ਉਹਦੀ ਆਊਟਪੁੱਟ ਵੋਲਟੇਜ ਅਤੇ ਆਊਟਪੁੱਟ ਕਰੰਟ ਦੇ ਰਿਗਾਰਡਿੰਗ ਆਉਣਾ ਹੁੰਦਾ, ਇਹ ਆਉਣਾ ਹੀ ਆਉਣਾ, ਸਪੈਸ਼ਲੀ ਇਨ ਦ ਕੇਸ ਆਫ AE ਐਗਜ਼ਾਮ, SGO ਦੇ ਪੇਪਰ ਦੇ ਵਿੱਚ ਇਹ ਆਉਣਾ ਹੀ ਆਉਣਾ, ਠੀਕ ਹੈ। ਓਕੇ, ਨਾਓ ਦ ਪ੍ਰੈਕਟੀਕਲ ਐਸਪੈਕਟਸ, ਇਸ ਦੇ ਵਿੱਚ ਥੋੜ੍ਹਾ ਜਿਹਾ ਫੀਲਡ ਵਰਕ ਦੇ ਰਿਗਾਰਡਿੰਗ ਪੁੱਛ ਲੈਂਦੇ ਨੇ, ਹੈ ਨਾ, ਕਿ ਮਤਲਬ PSPCL, PSTCL ਦੀ, ਹੈ ਨਾ, ਵੀ ਵੋਲਟੇਜ ਕਿਸ ਟਾਈਪ ਦੀ ਹੈ, ਜਾਂ ਪੰਜਾਬ 'ਚ ਸਭ ਤੋਂ ਵੱਡਾ ਗ੍ਰਿਡ ਕਿਹੜਾ ਹੈ, ਜਾਂ ਕੁਛ ਇਸ ਟਾਈਪ ਨਾਲ ਕਦੇ ਆ ਜਾਂਦਾ। ਐਕਸੈਪਸ਼ਨਲ ਜਿਹੇ ਕੁਐਸਚਨ ਹੁੰਦੇ ਹੈਗੇ, ਜਿਸ ਦੇ ਉੱਪਰ ਕੋਈ ਕਿਸੇ ਦਾ ਜ਼ੋਰ ਹੈ ਨਹੀਂ, ਜਿਹੜਾ ਆਪਾਂ ਓਵਰਆਲ ਲੈਕਚਰਸ ਦੇ ਵਿੱਚ ਕਵਰ ਅਪ ਟਰਾਈ ਕਰਾਂਗੇ, ਹੈ ਨਾ, ਉਸ ਦੇ ਵਿੱਚੋਂ ਆਉਣ ਦੀ ਉਮੀਦ ਹੁੰਦੀ ਹੈ, ਜਾਂ ਫਿਰ ਤੁਹਾਡੀ ਆਪਦੀ ਬੇਸਿਕ ਨੌਲੇਜ ਟੂਵਰਡ ਦਾ ਸਬਜੈਕਟ, ਠੀਕ ਹੈ ਜੀ, ਓਕੇ। ਓਕੇ, ਨਾ ਜੇ ਆਪਾਂ ਬਾਈਫਰਕੇਸ਼ਨ ਦੇਖੀਏ, ਬਰੀਫ ਬਾਈਫਰਕੇਸ਼ਨ ਕਿਵੇਂ ਚੱਲਦੀ ਹੈ, ਤਾਂ ਜਿਹੜਾ BEEE ਹੈ ਉਸ ਦੇ ਵਿੱਚੋਂ ਅਰਾਊਂਡ 21 ਕੁਐਸਚਨ ਜਿਹੜੇ ਆ ਉਹ ਆਉਂਦੇ ਨੇ, ਤਾਂ 35% ਜਿਹੜਾ ਸਿਲੇਬਸ ਹੈ ਉਹ ਸਾਰਾ ਦਾ ਸਾਰਾ BEEE 'ਚ ਆਉਂਦਾ, ਓਕੇ। ਅਤੇ ਅੱਜ ਦਾ ਲੈਕਚਰ ਲਾਉਣ ਦਾ ਸਪੈਸ਼ਲ ਮੋਟਿਵ ਇਹੀ ਸੀ ਕਿ ਤੁਹਾਨੂੰ ਸਮਝਾ ਦਾਂ ਕਿ ਕਿੰਨੀ ਇੰਪੋਰਟੈਂਸ ਇਸ ਚੈਪਟਰ ਦੀ, ਠੀਕ ਹੈ। ਅਤੇ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ, ਜਿਹੜੀਆਂ ਪ੍ਰੀਵੀਅਸ ਵੀਡੀਓਜ਼ ਹੈ ਉਹਨਾਂ ਨੂੰ ਜ਼ਰੂਰ ਦੇਖੋ, ਉਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ, ਠੀਕ ਹੈ। ਉਹਨਾਂ 'ਚ ਕੋਈ ਡਾਊਟ ਹੈ ਤਾਂ ਜ਼ਰੂਰ ਪੁੱਛੋ, ਕਿਸੇ ਕੁਐਸਚਨ 'ਤੇ ਕੋਈ ਡਾਊਟ ਹੈ ਜ਼ਰੂਰ ਪੁੱਛੋ, ਅਤੇ ਉਸ 'ਤੇ ਵਰਕਆਊਟ ਬਹੁਤ ਜ਼ਿਆਦਾ ਕਰੋ, ਠੀਕ ਹੈ, ਬਹੁਤ ਜ਼ਿਆਦਾ, ਓਕੇ। ਨਾਓ ਇਲੈਕਟ੍ਰੀਕਲ ਮਸ਼ੀਨਸ ਇਜ਼ ਦੇਅਰ, 15 ਕੁਐਸਚਨ ਅਰਾਊਂਡ ਇਲੈਕਟ੍ਰੀਕਲ ਮਸ਼ੀਨ 'ਚੋਂ ਆਉਂਦੇ ਨੇ, 25% ਪੇਪਰ ਹੋ ਗਿਆ ਇਹ, ਓਕੇ, ਠੀਕ ਹੈ, 25% ਪੇਪਰ ਹੋ ਗਿਆ। ਇਸ ਦੇ ਉੱਪਰ ਟਰਾਂਸਫਾਰਮਰ ਅਤੇ DC ਮੋਟਰਸ ਜਾਂ DC ਮਸ਼ੀਨਸ ਦੇ ਉੱਪਰ, ਜਾਂ ਸਿੰਕਰੋਨਸ ਜਨਰੇਟਰ ਅਤੇ ਮੋਟਰਾਂ ਦੇ ਕੁਐਸਚਨ ਆਉਂਦੇ ਨੇ, ਠੀਕ ਹੈ ਜੀ। ਇਲੈਕਟ੍ਰੀਕਲ ਪਾਵਰ ਸਿਸਟਮ ਅਰਾਊਂਡ 11 ਕੁਐਸਚਨ ਟੋਟਲ, ਅਤੇ 18% ਅਰਾਊਂਡ ਸਿਲੇਬਸ ਕਵਰ ਕਰਦੇ। ਇਹ ਬਹੁਤ ਸੌਖਾ ਪਾਰਟ ਮੰਨਦਾ ਮੈਂ ਵੈਸੇ ਇਸ ਨੂੰ, ਇਹ ਬਹੁਤ ਸੌਖਾ, ਤੁਹਾਡੀ ਅਗਰ ਬੇਸਿਕ ਅਪਰੋਚ ਅੱਛੀ ਹੈ ਨਾ ਸਬਜੈਕਟ ਨੂੰ ਸਮਝਣ ਦੀ, ਦਿਸ ਇਜ਼ ਰੀਅਲੀ ਗੁੱਡ ਪਾਰਟ ਟੂ ਅੰਡਰਸਟੈਂਡ। ਇਲੈਕਟ੍ਰੋਨਿਕਸ ਇਟਸ ਵੈਰੀ ਈਜ਼ੀ, ਹੈ ਨਾ, ਅਤੇ ਅਰਾਊਂਡ 8 ਕੁਐਸਚਨ ਇਸ ਤਾਂ ਸਪੈਸ਼ਲੀ ਜਿਹੜੇ ਹੁਣ ਨੋਨ ਇਲੈਕਟ੍ਰੀਕਲ ਬੈਕਗਰਾਊਂਡ ਦੇ ਨੇ, ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ 21, 11, ਹੈ ਨਾ, ਅਰਾਊਂਡ ਹੋ ਗਏ 42, ਕਿੰਨੇ ਹੋ ਗਏ 32 ਅਤੇ 8, 40 ਕੁਐਸਚਨ ਤਾਂ ਸਿੱਧੇ ਤੁਹਾਡੇ ਮਤਲਬ ਸਹੀ ਹੋ ਜਾਣੇ ਚਾਹੀਦੇ ਨੇ, ਕਿਉਂਕਿ BEEE ਅਤੇ ਇਲੈਕਟ੍ਰੀਕਲ ਪਾਵਰ ਸਿਸਟਮ ਅਤੇ ਇਲੈਕਟ੍ਰੋਨਿਕਸ, ਦਿਸ ਇਜ਼ ਰੀਅਲੀ ਵੈਰੀ ਸਿੰਪਲ, ਓਕੇ। ਤਾਂ ਬਹੁਤ ਸਿੰਪਲ ਨੇ, ਤਾਂ ਅਰਾਊਂਡ 60 ਦੇ ਵਿੱਚੋਂ 40 ਕੁਐਸਚਨ ਤੁਸੀਂ ਆਰਾਮ ਨਾਲ ਅਟੈਂਪਟ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ। ਅਤੇ ਅਗਰ ਤੁਸੀਂ ਮਾੜਾ ਜਿਹਾ ਆਪਦਾ ਕੁਆਂਟ 'ਤੇ ਫੋਕਸ ਕਰੋ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਪੇਪਰ 'ਚੋਂ ਨਾ ਕੋਈ ਹੁੰਦਾ, ਓਕੇ। ਤਾਂ ਇਕੱਲਾ ਮਸ਼ੀਨਸ ਦਾ ਪਾਰਟ ਹੈਗਾ, ਉਸ 'ਤੇ ਆਪਾਂ ਵਰਕਆਊਟ ਕਰਾਂਗੇ, ਕੋਈ ਗੱਲ ਨਹੀਂ, ਉਸ ਨੂੰ ਥੋੜ੍ਹਾ ਸਿੰਪਲ ਤਰੀਕੇ ਨਾਲ ਅਤੇ ਕਨਸੈਪਟ ਬੇਸ 'ਤੇ ਆਪਾਂ ਟਰਾਈ ਫੋਕਸ ਕਰਾਂਗੇ, ਠੀਕ ਹੈ ਜੀ, ਓਕੇ। ਤਾਂ ਗੱਲ ਨੂੰ ਸਮਝਦੇ ਹੋ, ਇਹ ਤਾਂ ਤੁਸੀਂ ਕਿਸੇ ਵੀ ਹਾਲ 'ਚ ਛੱਡਣਾ ਨਹੀਂ ਹੈਗਾ, ਇਹਦਾ ਕੋਈ ਕਨਸੈਪਟ ਤੁਸੀਂ ਛੱਡਣਾ ਨਹੀਂ BEEE ਦਾ, ਦਿਸ ਇਜ਼ ਰੀਅਲੀ ਵੈਰੀ ਇੰਪੋਰਟੈਂਟ, ਓਕੇ। ਚਲੋ, ਇਹ ਪਾਈ ਚਾਰਟ ਬਣਾਇਆ ਸੀਗਾ ਜਸਟ ਫੋਰ ਦ ਯੂਰ ਰੈਫਰੈਂਸ, ਹੈ ਨਾ, ਕਿੰਨਾ ਮਤਲਬ ਮੇਜਰ ਪੋਰਸ਼ਨ ਹੈ ਜਿਹੜਾ BEEE ਅਤੇ ਪਾਵਰ ਸਿਸਟਮ, ਹੈ ਨਾ, ਇਹ ਕਵਰ ਅਪ ਕਰਦੀਆਂ ਬਸ, ਹੈ ਨਾ, ਇੰਕਲੂਡਿੰਗ ਮਸ਼ੀਨ। ਜੇ ਤੁਸੀਂ ਇਹ 3 ਸਬਜੈਕਟ ਇਕੱਲੇ ਕਰ ਲੈਂਦੇ ਹੋ ਤਾਂ ਓਕੇ ਕੰਮ, ਕੋਈ ਇਸ਼ੂ ਹੈ ਨਹੀਂ। ਸਰ ਜਿਹੜਾ BEEE ਸਬਜੈਕਟ ਹੈ, ਸਾਨੂੰ 3rd ਸਮੈਸਟਰ 'ਚ ਨਾ FEE ਸੀਗਾ, ਫੰਡਾਮੈਂਟਲ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ, ਸੇਮ ਚੀਜ਼, ਠੀਕ, ਸੇਮ ਚੀਜ਼, ਓਕੇ। ਨਾਓ ਕੁਝ ਬੁੱਕਸ ਮੈਂ ਮੈਂਸ਼ਨ ਕੀਤੀਆਂ ਆਈਆਂ, ਜੇ ਕਿਸੇ ਨੂੰ ਇਹਨਾਂ 'ਚੋਂ PDF ਚਾਹੀਦਾ ਮੈਂ ਦੇ ਦਿੰਦਾ, ਬਟ ਆਈ ਹਾਈਲੀ ਰეკਮੈਂਡ ਕਿ ਤੁਸੀਂ ਹਾਰਡ ਕਾਪੀ ਰੱਖੋ, ਕਿਉਂਕਿ ਉਸ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ, ਠੀਕ ਹੈ। BEEE ਦੇ ਵਿੱਚ ਮੈਨੂੰ VK ਮਹਿਤਾ ਕਾਫੀ ਅੱਛੀ ਲੱਗੀ ਬੁੱਕ, ਇਹ ਤੁਹਾਡੀ ਬੇਸਿਕ ਅਪਰੋਚ ਦੇ ਰਿਗਾਰਡਿੰਗ ਬਹੁਤ ਅੱਛੀ ਬੁੱਕ ਹੈ। CR ਵਾਧਵਾ ਇਜ਼ ਦੇਅਰ, ਸੁਧਾਕਰ ਸ਼ਾਮੋਨ ਜਿਹੜੇ ਸਰਕਿਟਸ ਵਾਸਤੇ ਹੈ। ਆਈ ਵੋਂਟ ਰੈਕਮੈਂਡ ਫੋਰ ਦ JEE ਐਗਜ਼ਾਮ, ਕਿ JEE ਸਟੂਡੈਂਟਸ ਇਸ ਨੂੰ ਕੋਈ ਨਾ ਫੋਲੋ ਅਪ ਕਰਨ ਦਾ, ਠੀਕ ਹੈ, ਕੋਈ ਵੀ ਗੱਲ ਹੈ ਨਹੀਂ।
ਮਤਲਬ ਤੁਹਾਨੂੰ ਸਰਕਿਟਸ ਦੇ ਵਿੱਚੋਂ ਕੁਐਸਚਨ ਹਾਰਡਲੀ 2 ਆਣੇ ਤੇ ਬੁੱਕ ਬਹੁਤ ਵੱਡੀ ਹੈ, ਠੀਕ ਹੈ। ਇਲੈਕਟ੍ਰੀਕਲ ਮਸ਼ੀਨਸ ਦੇ ਵਿੱਚ BL ਥਰੇਜਾ ਦੀ ਬੁੱਕ ਅੱਛੀ ਹੈ, ਬਿੰਬਰਾਈ ਤਾਂ ਬਹੁਤ ਅੱਛੀ ਬੁੱਕ ਹੈ, ਪਰ ਐਂ ਜੋ ਥੋੜ੍ਹੀ ਜਿਹੀ ਨੂਮੈਰੀਕਲ ਬੇਸ 'ਤੇ ਚੱਲਦੀ, ਇਸ ਕਰਕੇ ਆਪਣੀ ਪੇਪਰ ਦੇ ਵਿੱਚ ਰੈਲੀਵੈਂਸ ਘੱਟ ਜਾਂਦੀ ਹੈ। AE ਫਿਜ਼ਰਾਲ ਦੀ ਬੁੱਕ ਪੜ੍ਹਨ ਲਈ ਤੁਹਾਡੇ ਕੋਲ ਟਾਈਮ ਹੀ ਹੈ ਨਹੀਂ ਹੁਣ, ਕਿਉਂਕਿ ਇਹ ਵੈਸੇ ਵੀ AE ਲੈਵਲ ਦੀ ਬੁੱਕ ਹੈ, ਅਤੇ ਪਰ ਇਹ ਥਿਓਰੈਟੀਕਲ ਬਹੁਤ ਅੱਛਾ ਐਕਸਪਲੇਨ ਕਰਦੀ ਹੈ। ਓਕੇ, ਪਾਵਰ ਸਿਸਟਮ 'ਚ ਬੁੱਕ ਰეკਮੈਂਡਡ ਜਿਹੜੀ ਹੈਗੀ ਉਹ CL ਵਾਧਵਾ ਹੈ। ਦਿਸ ਇਜ਼ ਅ ਵੈਰੀ ਗੁੱਡ ਬੁੱਕ, ਠੀਕ ਹੈ। ਜੇ ਕਿਸੇ ਕੋਲ JV ਗੁਪਤਾ ਹੈ, ਇਟ ਇਜ਼ ਆਲਸੋ ਗੁੱਡ, ਬਟ JV ਗੁਪਤਾ ਦੀ ਪ੍ਰੋਬਲਮ ਇਹ ਹੈ ਕਿ ਇਹ ਨੂਮੈਰੀਕਲ ਬੇਸ 'ਤੇ ਬਹੁਤ ਜ਼ਿਆਦਾ ਪਹੁੰਚ ਜਾਂਦਾ, ਠੀਕ ਹੈ ਨਾ, ਬਹੁਤ ਡੈਪਸ 'ਚ ਪਹੁੰਚ ਜਾਂਦਾ, ਪਰ CL ਵਾਧਵਾ ਇੰਨਾ ਨਹੀਂ ਜਾਂਦਾ। ਅਤੇ ਪਾਵਰ ਸਿਸਟਮ ਜਿਹੜਾ ਆਪਣਾ ਸਾਰਾ ਫੈਕਚੁਅਲ ਆਏਗਾ, ਨੂਮੈਰੀਕਲ ਬੇਸ ਬਹੁਤ ਘੱਟ ਆਏਗਾ, ਠੀਕ ਹੈ ਜੀ। ਓਕੇ, ਤਾਂ ਹਾਈਲੀ ਰੈਕਮੈਂਡ ਹੈ ਕਿ JV ਗੁਪਤਾ ਤੁਸੀਂ ਨੂਮੈਰੀਕਲ ਕਰ ਲਓ, ਅਤੇ CL ਵਾਧਵਾ ਦੀ ਬੁੱਕ ਵੈਸੇ ਨੈੱਟ 'ਤੇ ਪਈ ਹੈ, ਆਪਣੇ ਕੋਲ PDF ਵੀ ਪਿਆ, ਉਸਨੂੰ ਪੜ੍ਹ ਲਓ, ਠੀਕ ਹੈ। ਵੈਸੇ ਮੈਂ ਟਰਾਈ ਅਪ ਕਰੂੰਗਾ ਕਿ ਹੈ ਨਾ ਜਿੰਨੇ ਵੱਧੋ ਵੱਧ ਕੁਐਸਚਨ ਹੋ ਸਕਦੇ, ਜਿੰਨਾ ਵੱਧੋ ਵੱਧ ਕਨਸੈਪਟ ਕਵਰ ਅਪ ਹੋ ਸਕਦੇ ਹੋਏ ਪਾਵਰ ਸਿਸਟਮ ਦੇ, ਉਹ ਜਲਦ ਤੋਂ ਜਲਦ ਖਤਮ ਕਰੀਏ। ਓਕੇ, ਹੁਣ ਮੇਰੀ ਪ੍ਰੋਬਲਮ, ਮੈਨੂੰ ਪ੍ਰੋਬਲਮ ਕਿੱਥੇ ਆਉਂਦੀ ਹੈ? ਮੈਨੂੰ ਪ੍ਰੋਬਲਮ ਆਉਂਦੀ ਹੈ ਸਲਾਈਡਸ ਬਣਾਉਣ ਦੇ ਵਿੱਚ, ਦੈਟਸ ਆਈ ਐਮ ਵਰਕਿੰਗ ਔਨ। ਓਕੇ, ਕਿਉਂਕਿ ਸਲਾਈਡਸ ਮੈਨੂੰ ਆਏ ਹੁੰਦਾ ਤੁਹਾਨੂੰ ਪ੍ਰੈਜੈਂਟੇਸ਼ਨ ਪ੍ਰੋਪਰ ਹੋਵੇ ਅਤੇ ਮਟੀਰੀਅਲ ਬਿਲਕੁਲ ਸਹੀ ਹੋਵੇ ਤੁਹਾਡੇ ਲਈ, ਜਿਹੜੇ ਤੁਹਾਡੇ ਕਨਸੈਪਟ ਕਲੀਅਰ ਕਰਦਾ ਹੋਵੇ, ਤਾਂ ਮੈਨੂੰ ਯੂਜ਼ਲੀ 3-4 ਰੈਫਰੈਂਸ ਫੋਲੋ ਅਪ ਕਰਨੇ ਪੈਂਦੇ ਨੇ, ਜਿਹੜਾ ਜਿਸ 'ਚੋਂ ਬੈਸਟ ਹੈ ਉਸ ਦੇ ਵਿੱਚੋਂ ਬਣਾਉਣੀ ਪੈਂਦੀ ਹੈ। ਅਗਰ ਮੈਂ ਬੁੱਕ ਚੱਕ ਕੇ ਪੜ੍ਹਾਉਣ ਲੱਗ ਗਈ ਤਾਂ ਮੇਰੇ ਲਈ ਬਹੁਤ ਸੌਖਾ ਹੈ, ਬਟ ਦੈਟਸ ਨੋਟ ਇਟ ਵਿਲ ਵਰਕ, ਹੈ ਨਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਓਕੇ, ਤਾਂ ਸਟਾਰਟ ਕਰਦੇ ਹਾਂ ਲੈਕਚਰ ਨਿਊਟਰਲ ਪੋਜ਼ੀਟਿਵ ਚਾਰਜ ਅਤੇ ਨੈਗੇਟਿਵ ਚਾਰਜ ਬਾਰੇ, ਹੈ ਨਾ। ਮੰਨ ਲਓ ਕੋਈ, ਸਰ ਜਿਹੜੇ ਹਾਂਜੀ ਹਾਂਜੀ VK ਮੈਥ ਤਾਂ ਸਰ ਉਹ ਆਬਜੈਕਟਿਵ ਹੈ ਕਿ ਦੂਸਰੀ ਟੈਕਸਟ ਬੁੱਕ ਹੈ? ਟੈਕਸਟ ਬੁੱਕ ਠੀਕ। ਆਬਜੈਕਟਿਵ ਮੇਰੇ ਕੋਲ PDF ਵੀ ਪਿਆ, ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ। ਆਈ ਹੈਵ ਦ PDF ਫੋਰ ਦ ਆਬਜੈਕਟਿਵ ਬੁੱਕ, ਜਿਹਨੂੰ ਚਾਹੀਦਾ ਮੈਂ ਪੂਰੀ ਬੁੱਕ ਦੀ ਲਾਇਬ੍ਰੇਰੀ ਸ਼ੇਅਰ ਕਰ ਦੂੰ ਸਾਰਿਆਂ ਨਾਲ, ਜਿਹਨੂੰ ਜੋ ਬੁੱਕ ਚਾਹੀਦੀ ਹੈ ਉਸ 'ਚ ਦੇਖ ਲੈਣਾ, ਠੀਕ ਹੈ। ਓਕੇ ਸਰ ਇੱਕ ਨੌਨ ਟੈਕਨੀਕਲ ਦਾ ਵੀ ਦੱਸ ਦਿਓ, ਹੁਣ ਤੋਂ ਸ਼ੁਰੂ ਕਰ ਲਿਆ ਸੀ। ਨੌਨ ਟੈਕਨੀਕਲ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਦੁਬਾਰਾ, ਇੱਥੇ ਦੱਸ ਦਿੰਦਾ ਮੈਂ। ਦੇਖੋ ਕੁਆਂਟ ਦੀਆਂ ਇੱਕ ਤਾਂ ਕੁਆਂਟ ਦੀ ਬੁੱਕ ਆ ਗਈ RS ਅਗਰਵਾਲ ਦੀ, ਰਾਈਟ, RS ਅਗਰਵਾਲ, ਦਿਟਸ ਅ ਗੁੱਡ ਬੁੱਕ, ਹੈ ਨਾ। ਇਹਦੀ ਇੱਕ ਰੀਜ਼ਨਿੰਗ ਦੀ ਬੁੱਕ ਆਉਂਦੀ ਹੈ, ਤੁਹਾਨੂੰ ਮਾਰਕੀਟ 'ਚੋਂ ਸੈਕਿੰਡ ਹੈਂਡ ਆਰਾਮ ਨਾਲ ਮਿਲ ਜਾਏਗੀ, ਨਵੀਂ ਖਰੀਦਣ ਦੀ ਲੋੜ ਨਹੀਂ, ਠੀਕ ਹੈ। RS ਅਗਰਵਾਲ ਦੀ ਹੀ ਰੀਜ਼ਨਿੰਗ ਦੀ ਬੁੱਕ ਹੈ, ਠੀਕ ਹੈ। ਪਰ ਤੁਸੀਂ ਕੁਆਂਟ ਦੀ ਬੁੱਕ ਹੈ ਜਿਹੜੀ ਇਹ ਜ਼ਰੂਰ ਕਰਨੀ ਹੈ। ਰੀਜ਼ਨਿੰਗ ਤੁਸੀਂ ਆਪਦੀ ਮਤਲਬ ਦਿਮਾਗ ਨਾਲ ਵੀ ਕਰ ਸਕਦੇ ਹੋ, ਜੇ ਨਹੀਂ ਪੜ੍ਹਿਆ ਹੋਊਗਾ ਤਾਂ ਵੀ ਥੋੜ੍ਹਾ ਬਹੁਤ ਕਰ ਲਓਗੇ, ਠੀਕ ਹੈ। ਬਟ ਕੁਆਂਟ ਦੀ ਤੁਸੀਂ ਅਗਰ ਪ੍ਰੈਕਟਿਸ ਨਹੀਂ ਕੀਤੀ, ਤੁਹਾਡੇ ਤੋਂ ਪੇਪਰ ਸੋਲਵ ਨਹੀਂ ਹੋਣਾ, ਠੀਕ ਹੈ। ਇਸ ਲਈ ਹਾਈਲੀ ਰੈਕਮੈਂਡਡ ਹੈ ਕਿ ਤੁਸੀਂ RS ਅਗਰਵਾਲ ਦੀ ਬੁੱਕ ਇਹ ਕੁਆਂਟ ਦੀ ਖਰੀਦੋ, ਠੀਕ ਹੈ, ਬਹੁਤ ਰਿਫਾਈਨਡ ਬੁੱਕ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਆਪਣੇ ਕੋਲ ਇੰਗਲਿਸ਼ ਬਾਰੇ, ਹੈ ਨਾ। ਇੰਗਲਿਸ਼ ਦੀ ਇੱਕ ਬੁੱਕ ਹੈ ਆਬਜੈਕਟਿਵ ਬੁੱਕ ਹੈ, ਥੋਰਪੇ ਨਾਮ ਉਹਦਾ, ਥੋਰਪਾਈ ਐਂਡ ਥੋਰਪਾਈ ਕਹਿੰਦੇ ਹੋ, ਠੀਕ ਹੈ। ਥੋਰਪਾਈ THORPAY ਅਰਾਊਂਡ, ਠੀਕ ਹੈ। ਇਡਗਾਰਡ ਥੋਰਪੇ ਨਾਮ ਉਹਦਾ। ਇਸ ਦੀ ਆਬਜੈਕਟਿਵ ਇੰਗਲਿਸ਼ ਦੀ ਬੁੱਕ ਹੈ, ਉਸ ਦੇ ਵਿੱਚ ਐਂਟੋਨਿਮ ਸਿਨੋਨਿਮਸ ਨੇ, ਠੀਕ ਹੈ। ਉਸਨੂੰ ਜੇ ਕ੍ਰੈਮ ਕਰ ਸਕਦੇ ਹੋ ਤਾਂ ਕਰ ਲਿਓ, ਕਿਉਂਕਿ ਐਂਟੋਨਿਮ ਅਤੇ ਸਿਨੋਨਿਮਸ ਬਹੁਤ ਆਉਂਦੇ ਨੇ, ਠੀਕ ਹੈ, ਜਾਂ ਫਿਰ ਵੋਕੈਬਲਰੀ ਬਹੁਤ ਆਉਂਦੀ ਹੈ, ਠੀਕ ਹੈ, ਠੀਕ ਹੈ। ਐਂਟੋਨਿਮ ਅਤੇ ਸਿਨੋਨਿਮਸ ਬਹੁਤ ਜ਼ਿਆਦਾ ਆਉਂਦੇ ਨੇ, ਤਾਂ ਅਗਰ ਤੁਹਾਨੂੰ ਇਹ ਆਉਂਦੇ ਹੋਣਗੇ ਤਾਂ ਤੁਸੀਂ ਈਜ਼ੀਲੀ ਉੱਥੇ ਪੇਪਰ ਨੂੰ ਸੋਲਵ ਅਪ ਕਰ ਸਕਦੇ ਹੋ, ਠੀਕ ਹੈ। ਥੋੜ੍ਹਾ ਇੱਕ ਵਾਰ ਤੁਹਾਡਾ ਹੁਣ ਜ਼ੋਰ ਲੱਗੂਗਾ, ਪਰ ਪੇਪਰ ਤੁਹਾਨੂੰ ਬਹੁਤ ਫਾਇਦਾ ਹੋਊਗਾ ਉਸ ਚੀਜ਼, ਠੀਕ ਹੈ ਜੀ। ਓਕੇ, ਇੱਕ ਜਿਹੜੀ ਜਨਰਲ ਨੌਲੇਜ ਹੈ, ਆਈ ਥਿੰਕ ਤੁਹਾਨੂੰ ਉਸ 'ਤੇ ਬਾਹਲਾ ਨਹੀਂ ਫੋਕਸ ਕਰਨਾ ਚਾਹੀਦਾ। ਉਸ ਦੇ ਵਿੱਚ 2-3 ਚੀਜ਼ਾਂ ਮੇਨ ਨੇ। ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹ ਕੇ ਜਾਈਓ ਜ਼ਰੂਰ, ਓਕੇ, ਮਹਾਰਾਜਾ ਰਣਜੀਤ ਸਿੰਘ ਬਾਰੇ। ਪੰਜਾਬ ਦਾ ਮਾੜਾ ਜਿਹਾ ਡੈਮੋਗ੍ਰਾਫੀ ਡਿਵੀਡੈਂਡ ਵਗੈਰਾ ਦੇਖ ਜਿਓ ਕੀ ਹੁੰਦਾ ਹੈ ਨਾ, ਜਾਂ ਉਸਦੇ ਸਟੈਟਸ ਵਗੈਰਾ ਪੰਜਾਬ ਦੇ ਮਾੜੇ ਜਿਹੇ ਕਰਕੇ ਚਲੇ ਜਾਈਓ। ਇੱਕ ਕੁਐਸਚਨ ਜਿਹੜਾ ਹੈਗਾ PSPCL ਦੇ ਪੁਰਾਣੇ ਪੇਪਰਾਂ ਜ਼ਰੂਰ ਆਉਂਦਾ ਸੀਗਾ ਕਿ ਟੈਨਿਸ ਜਿਹੜਾ ਹੈਗਾ ਲੇਟੈਸਟ ਉਹ ਕਿਹਨੇ ਜਿੱਤਿਆ, ਠੀਕ ਹੈ। ਟੈਨਿਸ ਦੇ ਵਿੱਚ ਕਿਹੜਾ ਵਿੰਬਲਡਨ ਹੋ ਗਿਆ, ਫਰੈਂਚ ਓਪਨ ਹੋ ਗਿਆ, ਅਤੇ ਆਪਣਾ ਕਿਹੜਾ ਹੁੰਦਾ ਰੋਲੈਂਡ ਗੈਰੋਸ, ਜਿਹੜਾ ਨਾਮ ਉਹਦਾ ਕੀ ਹੈ, ਕਲੇ ਵਾਲਾ ਮੈਚ ਜਿਹੜਾ ਹੁੰਦਾ ਉਹ ਕਿਹਨੇ ਜਿੱਤਿਆ, ਉਸ ਦੇ ਰਿਗਾਰਡਿੰਗ ਕੁਐਸਚਨ ਜ਼ਰੂਰ ਪੁੱਛਦੇ ਹੁੰਦੇ ਆ, ਠੀਕ ਹੈ। ਓਕੇ, ਇੱਕ ਹੋਰ ਮੈਂ ਤੁਹਾਨੂੰ ਕੁਐਸਚਨ ਦੱਸ ਦਿੰਦਾ ਜਿਹੜਾ ਜ਼ਰੂਰ ਆਉਂਦਾ ਹੁੰਦਾ ਪੇਪਰ 'ਚ, ਉਹ ਹੈਗਾ ਡਾਈਸ ਵਾਲਾ ਕੁਐਸਚਨ, ਕਿ ਡਾਈਸ ਦੇ ਆਹ ਫੇਸ 'ਤੇ ਇੱਕ ਹੈ, ਇਸ 'ਤੇ 3 ਨੇ, ਹੈ ਨਾ। ਉਸਦੀ 3D ਪਿਕਚਰ ਜੀ ਬਣਾਈ ਹੁੰਦੀ ਹੈ, ਅਤੇ ਇਸ ਦੇ ਨੈਕਸਟ ਫੇਸ 'ਤੇ ਕੀ ਹੋਏਗਾ, ਹੁੰਦਾ ਨਾ ਕੁਐਸਚਨ, ਰਾਈਟ। ਆਹ ਡਾਈਸ ਵਾਲਾ ਕੁਐਸਚਨ PSPCL ਅਤੇ PSTCL ਦਾ ਫੇਵਰਟ ਕੁਐਸਚਨ ਹੈ, ਇਸ 'ਚੋਂ ਪੇਪਰ ਆਉਂਦਾ ਹੁੰਦਾ ਸੀ, ਓਕੇ, ਠੀਕ ਹੈ ਜੀ। ਹਾਂਜੀ ਸਰ। ਕੋਈ ਇਸ਼ੂ, ਐਨੀ ਇਸ਼ੂ ਯੂ ਕੈਨ ਆਸਕ, ਖੁੱਲ੍ਹਾ ਟਾਈਮ ਅੱਜ ਮੇਰੇ ਕੋਲ। ਸਰ ਆਦਾ
ਆਰ.ਐਸ. ਅਗਰਵਾਲ ਸਰ ਜਿਹੜੀ ਹੈਗੀ ਆ ਕੁਆਂਟ ਦੀ ਤਾਂ ਬਹੁਤ ਜ਼ਿਆਦਾ ਜੀ। ਮੈਂ ਦੱਸਦਾ ਇਹਨੂੰ ਕਰਨ ਦਾ ਤਰੀਕਾ ਦੱਸਦਾ। ਮੰਨ ਲਓ ਆਰ ਐਸ ਅਗਰਵਾਲ ਦੇ ਵਿੱਚ ਹੈਗੇ ਨੇ 500 ਕੁਐਸਚਨ ਇੱਕ ਟੌਪਿਕ ਦੇ, ਤੇ ਇਦਾਂ ਹੀ ਹੈ 500 ਕੁਐਸਚਨ ਹੋਣਗੇ, ਠੀਕ ਹੈ 500 ਕੁਐਸਚਨ ਨੇ। ਤੁਸੀਂ ਕੀ ਕਰਨਾ, ਤੁਸੀਂ ਪਹਿਲਾ ਕੁਐਸਚਨ ਕਰਨਾ, ਇਸ ਤੋਂ ਬਾਅਦ ਚੌਥਾ ਕਰਨਾ, ਇਸ ਤੋਂ ਬਾਅਦ 8ਵਾਂ ਕਰਨਾ, ਇਸ ਤੋਂ ਬਾਅਦ 12ਵਾਂ ਕਰਨਾ, ਠੀਕ ਹੈ ਜੀ। ਕਿੰਨੇ ਕੁਐਸਚਨ ਰਹਿ ਗਏ? 125 ਕੁਐਸਚਨ ਰਹਿ ਗਏ, ਇਹ ਤਾਂ ਹੋ ਜਾਣਗੇ, ਹਾਂਜੀ ਸਰ। ਠੀਕ ਹੈ। ਮੈਂ ਹੁਣ ਤੁਸੀਂ ਐਂ ਕਹੋਗੇ ਸਰ ਆਹ ਕੀ ਕਰੀ ਜਾਂਦੇ ਨੇ, ਕੀ ਕਹੀ ਜਾਂਦੇ ਨੇ, ਇਸ ਦੇ ਵਿੱਚ ਜਿਹੜਾ ਸੇਮ ਹੁੰਦੇ ਨੇ। ਪਹਿਲਾ ਦੂਜਾ ਤੇ ਤੀਜਾ ਕੁਐਸਚਨ ਹੈ ਤਿੰਨੋਂ ਸੇਮ ਨੇ, ਚੌਥਾ ਪੰਜਵਾਂ ਛੇਵਾਂ ਸੱਤਵਾਂ ਤਿੰਨੋਂ ਸੇਮ ਨੇ, ਠੀਕ ਹੈ ਐਂ ਚੱਲ ਰਿਹਾ। ਤਾਂ ਉਹਨਾਂ ਵਿੱਚ ਤੁਸੀਂ ਸਾਰੇ ਕੁਐਸਚਨਾਂ ਦੀ ਇੱਕ ਇੱਕ ਵੈਰਾਈਟੀ ਕਰ ਲਓਗੇ ਤੇ ਤੁਹਾਡਾ ਕਨਸੈਪਟ ਵੀ ਪ੍ਰੋਪਰ ਕਲੀਅਰ ਹੋ ਜਾਏਗਾ, ਠੀਕ ਹੈ ਜੀ। ਅਪਰੋਚ ਸਮਝ ਆ ਗਈ? ਯੈਸ ਸਰ। ਸਿਮਿਲਰਲੀ ਇਨ ਦਾ ਰੀਜ਼ਨਿੰਗ ਦੀ ਬੁੱਕ ਦੇ ਵਿੱਚ 1000 ਪੇਜ ਨੇ, ਉਹ ਵੀ ਇਸੇ ਤਰ੍ਹਾਂ ਹੀ ਫਿਨਿਸ਼ ਅਪ ਹੋਊਗੀ। ਜੇ ਤੁਸੀਂ ਸੋਚਦੇ ਤੁਸੀਂ ਇਕੱਲਾ ਇਕੱਲਾ ਕੁਐਸਚਨ ਕਰ ਲਓ, ਯੂ ਡੋਂਟ ਹੈਵ ਦ ਟਾਈਮ, ਸੋ ਬੀ ਸਮਾਰਟ ਸਟੂਡੈਂਟ, ਹੈ ਨਾ, ਐਂਡ ਫਿਨਿਸ਼ ਅਪ ਵਿਦ ਸਮਾਰਟਲੀ ਅਪਰੋਚ, ਓਕੇ, ਸਮਾਰਟ ਅਪਰੋਚ। ਸਰ ਨੋਨ ਟੈਕਨੀਕਲ 30 ਨੰਬਰ ਦਾ ਆਣਾ ਹੈ ਨਾ? ਇੱਕ ਦੇ ਵਿੱਚ ਜਿਹੜਾ ਟਰਾਂਸਕੋ ਦਾ ਪੇਪਰ ਹੈ ਉਸ ਦੇ ਵਿੱਚ 40 ਮਾਰਕਸ ਹੈ, ਤੇ ਆਈ ਥਿੰਕ PSPCL ਦਾ ਜਿਹੜਾ ਉਸ ਦੇ ਵਿੱਚ 30 ਮਾਰਕਸ ਹੈ, ਰਾਈਟ, ਇਸੇ ਤਰ੍ਹਾਂ ਹੀ ਹੈ ਨਾ ਕਿ ਮੈਂ ਉਲਟਾ ਕਹਿੰਦਾ? ਨਹੀਂ ਆਈ ਹੈ ਸਰ। ਐਵੇਂ ਹੀ ਹੈ ਸਰ, ਸੇਮ। ਓਕੇ ਹੁਣ ਨਾ ਬਹੁਤ ਕੁਝ ਮਤਲਬ ਰੈਪਿਡ ਚੇਂਜ ਹੋ ਗਿਆ, ਇੰਨਾ ਮੇਰਾ ਮਾਈਂਡ ਹੈ ਨਹੀਂ ਹੁਣ ਕਿ ਹੈ ਨਾ, ਤੇ ਬਹੁਤ ਚੇਂਜ। ਇੱਕ ਜਿਹੜਾ ਜੀ ਯਾ ਐਂਟੋਨੀਅਮ ਸਿਨੋਨੀਅਮ ਹੋ ਗਏ ਜਿਹੜੇ ਆਵੇਂ ਦੇ ਨੇ ਸਰ, ਆ ਸਾਰੇ ਯਾਦ ਕਰਨੇ ਪੈਣਗੇ? ਹਾਂ, ਐਂਟੋਨਿਮ ਸਿਨੋਨਿਮ ਤੁਹਾਨੂੰ ਸਾਰਾ ਕਰਨਾ ਪਊਗਾ, ਠੀਕ ਹੈ। ਇਸ ਦੀ ਇੱਕ ਮੋਟੀ ਅਪਰੋਚ ਦੱਸ ਦਿੰਦਾ ਕਿ ਇਸ ਦੇ ਵਿੱਚ ਵਰਕਆਊਟ ਕਰਿਓ ਪ੍ਰੀਫਿਕਸ ਤੇ ਸਫਿਕਸ ਤੇ। ਪਤਾ ਕੀ ਹੁੰਦੇ ਪ੍ਰੀਫਿਕਸ? ਕਿਸੇ ਨੇ GRE ਦਾ ਪੇਪਰ ਤਾਂ ਨਹੀਂ ਦਿੱਤਾ? ਚਲੋ ਮੈਂ GRE ਦਾ ਪੇਪਰ, ਓਕੇ ਕੋਈ ਗੱਲ ਨਹੀਂ। ਪ੍ਰੀਫਿਕਸ ਕੀ ਹੁੰਦਾ ਹੈ ਕਿ ਜਿਹੜਾ ਕੋਈ ਵੀ ਮੰਨ ਲਓ ਵਰਡ ਹੈ ਨਾ, ਉਸ ਦੇ ਪਹਿਲੇ ਦੋ ਅਕਸ਼ਰ ਜਿਹੜੇ ਹੁੰਦੇ ਨੇ ਨਾ, ਉਹ ਪੂਰੇ ਦੇ ਪੂਰੇ ਵਰਡ ਨੂੰ ਡਿਫਾਈਨ ਕਰਦੇ ਨੇ ਵੀ ਇਹ ਪੋਜ਼ਿਟਿਵ ਫਾਰਮ 'ਚ ਹੈ ਕਿ ਨੈਗੇਟਿਵ ਫਾਰਮ 'ਚ ਹੈ ਨਾ। ਇਹ ਮਤਲਬ ਚੰਗੀ ਗੱਲ ਬਾਰੇ ਦੱਸ ਰਿਹਾ ਕਿ ਮਾੜੀ ਗੱਲ ਬਾਰੇ ਦੱਸ ਰਿਹਾ। ਯੂਜ਼ਲੀ ਕਿਰਿਆ ਹੁੰਦੀ ਹੈਗੀ ਵੀ ਚੰਗੀ ਕਿਰਿਆ ਕਿ ਮਾੜੀ ਕਿਰਿਆ, ਰਾਈਟ, ਸਮਝੀਏ ਗੱਲ ਨੂੰ? ਯੈਸ ਸਰ। ਹਾਂ, ਜਿਵੇਂ ਆਪਾਂ ਅਨ ਕਰ ਦਿੰਦੇ, ਅਨ ਆ ਜਾਂਦਾ ਨਾ, ਅਨਇਮੈਜੀਨੇਬਲ, ਮਤਲਬ ਕਿਸੇ ਦੀ ਚੀਜ਼ ਦੇ ਓਪੋਜ਼ਿਟ, ਹੈ ਨਾ, ਅਨ ਦਾ ਮਤਲਬ ਆ ਹੁੰਦਾ। ਐਂ ਸਫਿਕਸ ਦੇ ਵਿੱਚ ਹੁੰਦਾ ਏਬਲ, BLE, ਹੈ ਨਾ, ਇਸ ਦਾ ਮਤਲਬ ਵੀ ਕਿਸੇ ਕੰਮ ਨੂੰ ਕਰਨ ਬਾਰੇ ਕਹਿ ਰਿਹਾ ਹੈਗਾ। ਤਾਂ ਉਹ ਥੋੜ੍ਹਾ ਤੁਹਾਨੂੰ ਮਤਲਬ ਜੋ ਤੁਸੀਂ ਕਰੋਗੇ 15-20 ਕੁਐਸਚਨ ਤੁਹਾਨੂੰ ਸਮਝ ਆ ਜਾਏਗਾ ਜੋ ਰਿਲੇਸ਼ਨ ਦੇ ਵਿੱਚ ਜਾਓਗੇ, ਸਮਝ ਗਏ ਗੱਲ ਨੂੰ? ਠੀਕ ਹੈ ਸਰ। ਮਤਲਬ ਜਿਹਨੇ ਮਤਲਬ ਥੋੜ੍ਹਾ ਜਿਹਾ GRE ਦਾ ਪੇਪਰ ਦਿੱਤਾ ਹੁੰਦਾ ਨਾ, ਤੇ ਥੋੜ੍ਹੀ ਜਿਹੀ ਉਹਦੀ ਵੋਕੈਬ ਚੰਗੀ ਹੁੰਦੀ ਹੈਗੀ, ਤਾਂ ਉਹਨੂੰ ਪਤਾ ਹੁੰਦਾ ਵੀ ਕਿਹੜਾ ਕੁਐਸਚਨ ਕਿਵੇਂ ਆਉਣਾ। ਤੁਸੀਂ ਬਿਲੀਵ ਕਰਿਓ ਵੀ ਮਤਲਬ ਮੇਰੀ ਇਲੈਕਟ੍ਰੀਕਲ ਬੈਕਗਰਾਊਂਡ ਸੀ, ਮਤਲਬ ਤੁਸੀਂ ਕਹੋਗੇ ਸਰ ਪੜ੍ਹਾ ਰਹੇ ਪਰ ਕੀ ਗੱਲ ਕਰ ਰਹੇ ਨੇ। ਮੈਨੂੰ ਲੱਗਦਾ ਮੇਰੇ ਜੋ ਇਲੈਕਟ੍ਰੀਕਲ ਦਾ ਪੇਪਰ ਸੀ ਨਾ, ਮੈਨੂੰ ਬਚਾਇਆ ਹੀ ਮਤਲਬ ਇੰਗਲਿਸ਼ ਤੇ ਇਸ ਨੇ ਸੀਗਾ, GK ਨੇ ਸੀ, ਬਿਕੋਜ਼ ਐਟ ਦੈਟ ਟਾਈਮ ਆਈ ਵਾਜ਼ ਪ੍ਰੀਪੇਅਰਿੰਗ ਫॉर द UPSC, ਹੈ ਨਾ। ਸਾਡਾ ਇਲੈਕਟ੍ਰੀਕਲ ਦਾ ਪੇਪਰ ਟਫ ਸੀਗਾ, ਤੇ ਮੈਨੂੰ ਜਨਰਲ ਨੌਲੇਜ ਦੇ ਸਾਰੇ ਕੁਐਸਚਨ ਆਉਂਦੇ ਸੀ ਤੇ ਇੰਗਲਿਸ਼ ਦੇ ਕੁਐਸਚਨ ਸਾਰੇ ਆਉਂਦੇ ਸੀ, ਓਕੇ, ਠੀਕ ਹੈ। ਚੱਲੀਏ ਜੀ ਅੱਗੇ। ਹਾਂਜੀ ਸਰ। ਕੋਈ ਹੋਰ ਡਾਊਟ ਹੈ ਪੁੱਛ ਲਓ, ਹੁਣ ਕੋਈ ਗੱਲ ਨਹੀਂ, ਖੁੱਲ੍ਹਾ ਟਾਈਮ ਆਪਣੇ ਕੋਲ। ਚਲੋ ਕੋਈ ਗੱਲ ਨਹੀਂ, ਫਿਰ ਗੱਲਾਂ ਕਰਾਂਗੇ। ਨਾਓ ਨਿਊਟਰਲ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ, ਇਸ ਦੇ ਬਾਰੇ ਗੱਲ ਕਰਦੇ ਹਾਂ। ਪਹਿਲੇ ਇੰਟਰੋਡਕਸ਼ਨ ਲੈਕਚਰ ਵਿੱਚ ਦੱਸਿਆ ਹੋਇਆ ਹੈਗਾ, ਕੋਈ ਵੀ ਬੋਡੀ ਹੈ, ਬੋਡੀ ਤੋਂ ਪਹਿਲਾਂ ਆਪਾਂ ਆਉਂਦੇ ਹੈਗੇ ਕਿ ਕੋਈ ਐਟਮ ਹੈ, ਉਸ ਦੇ ਵਿੱਚ ਕੀ ਹੁੰਦਾ ਹੈ, ਉਸ ਦੇ ਵਿੱਚ ਇੱਕ ਨਿਊਕਲੀਅਸ ਹੁੰਦਾ। ਨਿਊਕਲੀਅਸ ਦੇ ਬਾਹਰ ਇਲੈਕਟ੍ਰੋਨ ਜਿਹੜੇ ਨੇ ਰਿਵੋਲਵ ਕਰਦੇ ਨੇ ਔਰਬਿਟਸ ਦੇ ਵਿੱਚ, ਠੀਕ ਹੈ। ਇਹ ਨਿਊਕਲੀਅਸ ਹੈ ਇਸਦਾ, ਇਸ ਦੇ ਵਿੱਚ ਪ੍ਰੋਟੋਨ ਹੁੰਦਾ ਤੇ ਇੱਕ ਨਿਊਟਰੋਨ ਹੁੰਦਾ। ਨਿਊਟਰੋਨ 'ਤੇ ਕੋਈ ਚਾਰਜ ਨਹੀਂ ਹੁੰਦਾ, ਪ੍ਰੋਟੋਨ 'ਤੇ ਪੋਜ਼ੀਟਿਵ ਚਾਰਜ ਹੁੰਦਾ। ਮੰਨ ਲਓ ਇਸ 'ਤੇ ਪੋਜ਼ੀਟਿਵ ਚਾਰਜ 4 ਹੈ, ਤਾਂ ਇਸ ਦੇ ਅਰਾਊਂਡ ਜਿਹੜੇ ਇਲੈਕਟ੍ਰੋਨ ਨੇ ਉਹ ਵੀ 4 ਰਿਵੋਲਵ ਕਰ ਰਹੇ ਹੋਣਗੇ, ਤਾਂ ਇਹ ਬੋਡੀ ਨਿਊਟਰਲ ਹੋਊਗੀ। ਇਟ ਇਜ਼ ਅ ਨਿਊਟਰਲ ਬੋਡੀ ਬਿਕੋਜ਼ ਇਹਦੇ ਜਿਹੜੇ ਇਲੈਕਟ੍ਰੋਨ ਨੇ ਉਹਨਾਂ 'ਤੇ ਨੈਗੇਟਿਵ ਚਾਰਜ ਹੁੰਦਾ, ਤੇ ਸੇਮ ਅਮਾਊਂਟ ਦਾ ਚਾਰਜ ਹੁੰਦਾ ਜਿਹੜਾ ਪ੍ਰੋਟੋਨ 'ਤੇ ਹੁੰਦਾ, ਠੀਕ ਹੈ ਜੀ। ਸਮਝ ਆਈ ਗੱਲ? ਜਿੰਨਾ ਚਾਰਜ ਪ੍ਰੋਟੋਨ 'ਤੇ ਓਨਾ ਹੀ ਇਲੈਕਟ੍ਰੋਨ 'ਤੇ, ਠੀਕ ਹੈ। ਐਂਡ ਦਿਸ ਬੋਡੀ ਇਜ਼ ਨੋਨ ਐਜ਼ ਨਿਊਟਰਲ, ਠੀਕ ਹੈ ਜੀ। ਤਾਂ ਇਹ ਨਿਊਟਰਲ ਬੋਡੀ ਹੈ। ਜੇ ਮੰਨ ਲਓ ਇੱਥੇ ਪ੍ਰੋਟੋਨ ਆਪਣੇ ਕੋਲ ਹੈਗੇ ਨੇ 5 ਤੇ ਇਲੈਕਟ੍ਰੋਨ ਹੈਗੇ ਨੇ 4, ਦਿਸ ਬਿਕੇਮ ਇਲੈਕਟ੍ਰੀਕਲੀ ਪੋਜ਼ੀਟਿਵ ਬੋਡੀ, ਕਿਉਂਕਿ ਇਸ ਕੋਲ ਪ੍ਰੋਟੋਨ ਦੀ ਅਮਾਊਂਟ ਜ਼ਿਆਦਾ ਹੈਗੀ, ਇਲੈਕਟ੍ਰੋਨ ਇਸ ਕੋਲ ਘੱਟ ਹੈ। ਬੇਸਿਕਲੀ ਇਸ ਕੋਲ ਇਲੈਕਟ੍ਰੋਨ 5 ਹੋਣੇ ਚਾਹੀਦੇ ਸੀ, ਬਟ ਇਸ ਕੋਲ 4 ਹੈ, ਇਸ ਦਾ ਇਲੈਕਟ੍ਰੋਨ ਕਿਸੇ ਨੂੰ ਦਿੱਤਾ ਹੋਇਆ, ਓਕੇ। ਤਾਂ ਦਿਸ ਬਿਕੇਮ ਇਲੈਕਟ੍ਰੀਕਲੀ ਪੋਜ਼ੀਟਿਵ, ਜੇ ਆਪਾਂ ਇਸ ਨੂੰ ਰੈਫਰੈਂਸ ਸਿਗਨਲ ਦੇ ਅਕੋਰਡਿੰਗ 0 ਦੇ ਅਕੋਰਡਿੰਗ ਦੇਖੀਏ।
ठीक है, दिस इज पॉजिटिव, दिस इज नैगेटिव। ਹੁਣ ਇਸ 'ਚੋਂ ਇੱਕ ਚਾਰਜ ਜਿਹੜਾ ਹੈਗਾ ਘਟ ਗਿਆ, ਨੈਗੇਟਿਵ ਦਾ ਜਿਹੜਾ ਚਾਰਜ ਸੀਗਾ ਉਹ ਘਟ ਕੇ ਇੱਥੇ ਆ ਗਿਆ, ਤਾਂ ਇਹ ਥੋੜਾ ਜਿਹਾ ਪੋਜ਼ਿਟਿਵ ਵਰਡ ਮੂਵ ਕਰ ਗਈ। ਓਕੇ, ਸਮਝ ਗਏ ਜੀ? ਤਾਂ ਜਿਸ ਕੋਲ ਜਿੰਨੇ ਇਲੈਕਟ੍ਰੋਨ ਘਟੇ ਹੋਣਗੇ ਉਹ ਉਨੀ ਜ਼ਿਆਦਾ ਪੋਜ਼ਿਟਿਵ ਹੋਊਗੀ। ਠੀਕ ਹੈ, ਜਾਂ ਫਿਰ ਉਹ ਕਹਿੰਦੇ ਨੇ ਵਿਆਜ ਵਾਲਾ ਸੌਦਾ, ਕਹਿੰਦੇ ਨੇ ਕਿ ਜਿਹਨੂੰ ਰੁਪਏ ਦੇਤੇ ਉਹਨੂੰ ਮਤਲਬ ਇੰਟਰਸਟ ਤਾਂ ਮਿਲੇਗਾ ਹੀ, ਤਾਂ ਉਹ ਆਪਦੇ ਫਾਇਦੇ 'ਚ ਰਹੂਗਾ। ਤਾਂ ਜਿਹਨੇ ਆਪਦਾ ਇਲੈਕਟ੍ਰੋਨ ਕਿਸੇ ਨੂੰ ਦੇਤਾ ਤਾਂ ਇਹ ਆਪਣੇ ਆਪ ਪੋਜ਼ਿਟਿਵ ਹੋ ਗਿਆ। ਠੀਕ ਹੈ ਜੀ? ਓਕੇ ਓਕੇ, ਨਾਓ ਇਲੈਕਟ੍ਰੀਕਲੀ ਨੈਗੇਟਿਵ। ਮੰਨ ਲਓ ਇਹਦੇ ਕੋਲ 10 ਇਲੈਕਟ੍ਰੋਨ ਸੀਗੇ, 10 ਇਲੈਕਟ੍ਰੋਨ ਸੀ, ਇਹਨੂੰ ਮੈਂ ਇੱਕ ਇਲੈਕਟ੍ਰੋਨ ਹੋਰ ਦੇਤਾ, ਅਤੇ ਇੱਥੇ ਹੁਣ ਹੋ ਗਏ 11 ਇਲੈਕਟ੍ਰੋਨ ਹੋ ਗਏ, ਅਤੇ ਪ੍ਰੋਟੋਨ ਇਹਦੇ ਕੋਲ ਸਾਰੇ 10 ਨੇ। ਠੀਕ ਹੈ, ਤਾਂ ਹਾਂ ਇਲੈਕਟ੍ਰੀਕਲੀ ਇਹ ਨੈਗੇਟਿਵ ਹੋ ਗਿਆ। ਤਾਂ ਇਸ ਦਾ ਮਤਲਬ ਇਹ ਕਿ ਜਿਹਦੇ ਕੋਲ ਚਾਰਜ ਅਮਾਊਂਟ ਜ਼ਿਆਦਾ ਆ ਜਾਏਗੀ, ਜਿਹਦੇ ਕੋਲ ਟ੍ਰਾਂਸਫਰ ਹੋ ਜਾਊਗਾ ਚਾਰਜ, ਦੈਟ ਬਿਕੇਮ ਨੈਗੇਟਿਵ ਨੇਚਰ। ਠੀਕ ਹੈ ਜੀ? ਜਿਹਨੇ ਇੱਥੋਂ ਆਪਦੇ ਚੋਂ ਇੱਕ ਇਲੈਕਟ੍ਰੋਨ ਕੱਢ ਕੇ ਇਸ ਚੋਂ ਦੇਤਾ। ਮੰਨ ਲਓ ਇਹਦੇ ਕੋਲ 5 ਇਲੈਕਟ੍ਰੋਨ ਸੀਗੇ ਅਤੇ 5 ਹੀ ਇਹਦੇ ਕੋਲ ਪ੍ਰੋਟੋਨ ਸੀਗੇ। ਹੁਣ ਕਿੰਨੇ ਰਹਿ ਗਏ ਇਲੈਕਟ੍ਰੋਨ? 4 ਇਲੈਕਟ੍ਰੋਨ ਅਤੇ 5 ਪ੍ਰੋਟੋਨ। ਸੋ ਦਿਸ ਬਿਕੇਮ ਪੋਜ਼ਿਟਿਵ। ਠੀਕ ਹੈ ਜੀ? ਓਕੇ, ਚਲੋ ਨਾਓ ਜਿਹੜਾ ਹੁਣ ਚਾਰਜ ਹੈਗਾ, ਚਾਰਜ ਦਾ ਜਿਹੜਾ ਯੂਨਿਟ ਹੈ ਦੈਟ ਇਜ਼ 1 ਕੂਲਮ। ਠੀਕ ਹੈ, 1 ਕੂਲਮ ਇਜ਼ ਇਕੁਅਲ ਟੂ, ਇਹਨੂੰ ਚਾਰਜ ਕਹਿੰਦੇ ਨੇ। ਠੀਕ ਹੈ, ਚਾਰਜ ਦੇ ਯੂਨਿਟ ਨੇ ਬੇਸਿਕਲੀ, ਉਹਨੂੰ 1 ਕੂਲਮ ਕਹਿੰਦੇ ਨੇ। ਠੀਕ ਹੈ, ਇੱਕ ਜਿਹੜਾ ਚਾਰਜ ਹੈ ਜਾਂ ਇੱਕ ਕੂਲਮ ਹੈ, ਉਸ ਦੇ ਵਿੱਚ ਕਿਹਾ ਜਾਂਦਾ ਵੀ ਇੰਨੇ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ ਨੇ, 10 is power 18। ਇੰਨੇ ਇਲੈਕਟ੍ਰੋਨ ਦਾ ਇੱਕ ਕੂਲਮ ਬਣਦਾ, 6.25 ਇੰਟੂ 10 is power 18 ਇਲੈਕਟ੍ਰੋਨ। ਠੀਕ ਹੈ ਜੀ? ਜਾਂ ਫਿਰ ਐਂ ਕਹਿ ਲਓ ਵੀ ਇੱਕ ਤਾਰ ਦੇ ਵਿੱਚੋਂ ਜਾਂ ਇਸ ਬੋਡੀ ਤੋਂ ਇਸ ਬੋਡੀ ਦੇ ਵਿੱਚ 1 ਕੂਲਮ ਚਾਰਜ ਟ੍ਰਾਂਸਫਰ ਕੀਤਾ, ਤਾਂ ਇਹਦਾ ਮਤਲਬ ਕੀ ਹੈਗਾ, ਇਸ ਦੇ ਵਿੱਚੋਂ 6.25 ਇੰਟੂ 10 is power 18 ਇੰਨੀ ਅਮਾਊਂਟ ਜਿਹੜੇ ਇਲੈਕਟ੍ਰੋਨ ਨੇ ਉਹ ਟ੍ਰਾਂਸਫਰ ਹੋਏ। ਠੀਕ ਹੈ ਜੀ? ਓਕੇ ਓਕੇ, ਨਾਓ ਜਿਹੜਾ ਇੱਕ ਇਲੈਕਟ੍ਰੋਨ ਦੇ ਚਾਰਜ ਹੈ ਦੈਟ ਇਜ਼ 1.602 ਇੰਟੂ 10 is power -19 ਕੂਲਮ। ਮਤਲਬ ਇਲੈਕਟ੍ਰੋਨ ਦੇ ਬੜਾ ਥੋੜਾ ਚਾਰਜ ਹੁੰਦਾ, ਜਾਂ ਫਿਰ ਐਂ ਕਹ ਲਓ ਵੀ ਇੱਕ ਇਲੈਕਟ੍ਰੋਨ ਦੇ ਚਾਰਜ ਨੂੰ ਕੱਢਣਾ ਤਾਂ 1 ਡਿਵਾਈਡ ਬਾਈ 6.25 ਇੰਟੂ 10 is power 18 ਕਰ ਦਿਓ। ਓਕੇ, ਯੂ ਵਿਲ ਗੈਟ ਦ ਚਾਰਜ ਔਨ 1 ਇਲੈਕਟ੍ਰੋਨ। ਠੀਕ ਹੈ ਜੀ? ਮਾਸ ਆਫ ਇਲੈਕਟ੍ਰੋਨ ਇਜ਼ ਵੈਰੀ ਸਮੋਲ, ਦੈਟ ਇਜ਼ 9 ਇੰਟੂ 10 is power -31 kg। ਰੇਡੀਅਸ ਹੈ ਜਿਹੜਾ ਉਹ ਵੀ ਬੜਾ ਛੋਟਾ, ਬੜਾ ਹੀ ਮਾਈਨਿਊਟ ਜਿਹਾ ਇਲੈਕਟ੍ਰੋਨ ਹੁੰਦਾ, ਐਜ਼ ਵੀ ਨੋ ਅਬਾਊਟ ਫਰੋਮ ਦ ਐਟੋਮਿਕ ਥਿਊਰੀ। ਆਈ ਗੈਸ ਆਪਾਂ ਨੂੰ ਸਭ ਨੂੰ ਇਹਦੇ ਬਾਰੇ ਪਤਾ। ਠੀਕ ਹੈ ਜੀ? ਕਿਸੇ ਦਾ ਕੋਈ ਡਾਊਟ ਤਾਂ ਨਹੀਂ? ਕਲੀਅਰ ਹੈ? ਸ਼ੈਲ ਵੀ ਮੂਵ? ਓਕੇ, ਯੈਸ ਸਰ। ਹਾਂ, ਹੁਣ ਇੱਕ ਹੈਗੀ ਟਰਮ ਆਉਂਦੀ ਹੈ ਵੈਲੈਂਸ ਇਲੈਕਟ੍ਰੋਨ। ਵੈਲੈਂਸ ਇਲੈਕਟ੍ਰੋਨ ਕੀ ਹੁੰਦੇ ਨੇ? ਦ ਇਲੈਕਟ੍ਰੋਨਸ ਇਨ ਦ ਆਊਟਰਮੋਸਟ ਔਰਬਿਟ ਆਫ ਐਨ ਐਟਮ ਆਰ ਨੋਨ ਐਜ਼ ਦ ਵੈਲੈਂਸ ਇਲੈਕਟ੍ਰੋਨ। ਇਹਦਾ ਕੀ ਮਤਲਬ ਹੈ? ਆਹ ਨਿਊਕਲੀਅਸ ਹੈ, ਇਹਦੇ ਬਾਹਰ ਇੱਕ ਔਰਬਿਟ ਹੈ, ਇਸ ਤੋਂ ਬਾਹਰ ਫਿਰ ਇਹਦੀ ਔਰਬਿਟ ਹੈ, ਤਾਂ ਜਿਹੜੀ ਬਿਲਕੁਲ ਸਭ ਤੋਂ ਆਖਰੀ ਔਰਬਿਟ ਹੋਊਗੀ ਇਸ ਦੇ ਬਾਹਰ ਵਾਲੀ, ਠੀਕ ਹੈ, ਇੱਥੇ ਜਿਹੜੇ ਇਲੈਕਟ੍ਰੋਨ ਹੋਣਗੇ ਦੇਜ਼ ਆਰ ਨੋਨ ਐਜ਼ ਦ ਵੈਲੈਂਸ ਇਲੈਕਟ੍ਰੋਨਸ। ਠੀਕ ਹੈ ਜੀ? ਇਸ ਦੀ ਬਿਲਕੁਲ ਆਊਟਰ ਮੋਸਟ ਔਰਬਿਟ ਜਿਹੜੀ ਹੋਊਗੀ that would be known as the valence electrons. Okay, ठीक है? When the number of valence electrons of an atom are less than 4, this is known as half of the maximum. The material is used as metal or a conductor. ठीक है? ਜਾਂ ਇਹਨੂੰ ਕੀ ਕਹਿੰਦੇ? ਕਨੈਕਟਰ ਮਤਲਬ ਜਿਹੜੀ ਆਪਦੇ ਵਿੱਚ ਦੀ ਚਾਰਜ ਨੂੰ ਪਾਸ ਕਰਨ ਦਿੰਦੀ ਹੈ, ਉਹਨੂੰ ਕਨੈਕਟਰ ਕਹਿੰਦੇ ਆ। ਜਦੋਂ ਕਹਿੰਦੇ ਉਸ ਦੇ ਵਿੱਚ ਜਿਹੜੇ ਵੈਲੈਂਸ ਇਲੈਕਟ੍ਰੋਨ ਨੇ 4 ਤੋਂ ਘੱਟ ਹੋਣਗੇ, ਠੀਕ ਹੈ, ਦੈਟ ਬਿਕੇਮ ਏ ਕੰਡਕਟਰ। ਠੀਕ ਹੈ? ਜੇ 4 ਤੋਂ ਜ਼ਿਆਦਾ ਹੋਣਗੇ ਉਸਦੇ ਵੈਲੈਂਸ ਇਲੈਕਟ੍ਰੋਨ, ਦੈਟ ਬਿਕੇਮ ਇਨਸੂਲੇਟਰ। ਠੀਕ ਹੈ? ਇਹਦਾ ਮਤਲਬ ਕੀ ਹੈਗਾ, ਕੀ ਹੁੰਦਾ ਹੈਗਾ, ਕਿਸੇ ਔਰਬਿਟ ਦੀ ਜਿਹੜੀ ਮੈਕਸਿਮਮ ਹੁੰਦੀ ਹੈ, ਯਾਦ ਹੈ 2 2 4 ਫਿਰ 8 8 16 16 ਇਸ ਤਰ੍ਹਾਂ ਹੁੰਦੀ ਸੀ ਨਾ, ਤਾਂ ਇਹ 8 ਦੀ ਗੱਲ ਕਰਦਾ ਪਿਆ ਵੀ 8 ਦਾ ਹਾਫ ਕਰ ਦਾਂਗੇ, ਦੈਟ ਇਜ਼ 4। ਠੀਕ ਹੈ? ਜਿਸ ਦੇ 4 ਤੋਂ ਨੀਚੇ ਹੋਣਗੇ ਦੈਟ ਇਜ਼ ਕੰਡਕਟਰ, ਜੇ ਇਹਦੇ 16 ਤੋਂ 8 ਤੋਂ ਨੀਚੇ ਹੋਣਗੇ ਦੈਟ ਇਜ਼ ਅਗੇਨ ਏ ਕੰਡਕਟਰ। ਠੀਕ ਹੈ? ਜਿੱਥੇ 4 ਤੋਂ ਨੀਚੇ 2 ਹੋਣਗੇ, 2 ਤੋਂ ਨੀਚੇ ਹੋਣਗੇ ਤਾਂ ਫਿਰ ਇਹ ਮੈਟਲ ਹੋਏਗੀ ਜਾਂ ਕੰਡਕਟਰ। ਓਕੇ ਓਕੇ, when the number of valence electron of an atom is more than 4, the material is
ਨੋਨ ਮੈਟਰ ਔਰ ਦਾ ਇਨਸੂਲੇਟਰ। ਮੰਨ ਲਓ ਉਹਦੇ 16 ਇਲੈਕਟ੍ਰੋਨ ਦੀ ਕੈਪੇਬਿਲਿਟੀ ਹੈ ਨਾ ਔਰਬਿਟ ਦੀ, ਤਾਂ ਜੇ 8 ਤੋਂ ਜ਼ਿਆਦਾ ਹੋਣਗੇ ਦੈਨ ਦਿਸ ਇਜ਼ ਏ ਇਨਸੂਲੇਟਰ। ਇਹ ਆਪਦੇ ਵਿੱਚ ਦੀ ਇਲੈਕਟ੍ਰੋਨ ਨੂੰ ਪਾਸ ਜਾਂ ਚਾਰਜ ਨੂੰ ਪਾਸ ਨਹੀਂ ਕਰੇਗੀ। ਤਾਂ ਇੱਥੇ ਆਪਾਂ ਬੇਸਿਕਲੀ ਡੈਫੀਨੇਸ਼ਨ ਜਿਹੜੀਆਂ ਕਰ ਰਹੇ ਹਾਂ ਕੰਡਕਟਰ ਤੇ ਇਨਸੂਲੇਟਰ ਦੀ ਕਰ ਰਹੇ ਹਾਂ। ਠੀਕ ਹੈ ਜੀ। ਕੰਡਕਟਰ ਜਿਹੜਾ ਕਿ ਆਪਦੇ ਵਿੱਚ ਦੀ ਇਲੈਕਟ੍ਰੀਕਲ ਚਾਰਜ ਨੂੰ ਪਾਸ ਈਜ਼ੀਲੀ ਕਰਨ ਦਿੰਦਾ ਹੈ ਜਾਂ ਫਿਰ ਕਰੰਟ ਨੂੰ ਪਾਸ ਈਜ਼ੀਲੀ ਕਰਨ ਦਿੰਦਾ ਹੈ। ਹੁਣ ਕਿਹੜੇ ਕਿਹੜੇ ਨੇ ਉਹ? ਦੈਟ ਇਜ਼ ਸਿਲਵਰ, ਕੋਪਰ, ਐਲੂਮੀਨੀਅਮ, ਠੀਕ ਹੈ ਜੀ, ਇਹ ਜਾਂ ਫਿਰ ਇੱਕ ਗੋਲਡ। these are good conductor of electricity, ਠੀਕ ਹੈ ਜੀ। ਓਕੇ, these are good conductor of electricity। ਹੁਣ ਇਨਸੂਲੇਟਰ ਕਿਹੜੇ ਨੇ? ਵੁੱਡ, PVC, ਠੀਕ ਹੈ, ਇਹ ਜਿਹੜੇ ਨੇ ਇਹ ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ, ਠੀਕ ਹੈ ਜੀ। ਓਕੇ, ਨਾਓ ਜਿਨ੍ਹਾਂ ਦੇ ਵੈਲੈਂਸ ਦੇ ਵਿੱਚ 4 ਹੀ ਇਲੈਕਟ੍ਰੋਨ ਨੇ ਐਗਜ਼ੈਕਟ, ਤਾਂ ਉਹ ਕਹਿੰਦੇ ਨੇ ਸੈਮੀ ਕੰਡਕਟਰ। ਉਹ ਨਾ ਤਾਂ ਕੰਡਕਟਰ ਨੇ ਨਾ ਉਹ ਇਨਸੂਲੇਟਰ ਨੇ, ਉਹ ਵਿੱਚ ਵਿਚਾਲੇ ਜੇ ਨੇ, ਜਾਂ ਉਹ ਐਕਸਟਰਨਲ ਐਫਰਟਸ 'ਤੇ ਡਿਪੈਂਡ ਕਰਦਾ ਹੈ ਜਾਂ ਪ੍ਰੋਪਰਟੀਜ਼ 'ਤੇ ਡਿਪੈਂਡ ਕਰਦਾ ਹੈ ਵੀ ਉਹ ਕੀ ਨੇ, ਠੀਕ ਹੈ ਜੀ। ਓਕੇ, ਯੈਸ ਸਰ। ਓਕੇ, ਨਾਓ ਜਿਹੜੇ ਵੈਲੈਂਸ ਇਲੈਕਟ੍ਰੋਨ ਦੇ ਵਿੱਚ ਹੈ ਨਾ ਲੂਜ਼ਲੀ ਬਾਉਂਡ ਜੇ ਇਲੈਕਟ੍ਰੋਨ ਹੁੰਦੇ ਆ ਉਹਨਾਂ ਨੂੰ ਕਹਿੰਦੇ ਨੇ ਫ੍ਰੀ ਇਲੈਕਟ੍ਰੋਨ, ਠੀਕ ਹੈ ਨਾ। ਯੂਜ਼ਲੀ ਕੀ ਹੁੰਦਾ ਹੈਗਾ, ਜਿਹੜੇ ਹਾਇਰ ਅਮਾਊਂਟ ਦੀਆਂ ਮੈਟਲਸ ਹੁੰਦੀਆਂ ਹੈਗੀਆਂ ਹੈ ਨਾ, ਜਿਨ੍ਹਾਂ ਦਾ ਐਟੋਮਿਕ ਨੰਬਰ ਜ਼ਿਆਦਾ ਹੁੰਦਾ ਹੈ, ਉਹਨਾਂ ਦੇ ਔਰਬਿਟ ਜਿਹੜੇ ਨੇ ਬਹੁਤ ਵੱਡੇ ਹੁੰਦੇ ਨੇ, ਅਤੇ ਉੱਥੇ ਇਲੈਕਟ੍ਰੋਨ ਜਿਹੜੇ ਨੇ ਉਹ ਲੂਜ਼ਲੀ ਲੱਗੇ ਹੁੰਦੇ ਨੇ, ਠੀਕ ਹੈ ਨਾ। ਮਤਲਬ ਉਹ ਨਿਊਕਲੀਅਸ ਤੋਂ ਜ਼ਿਆਦਾ ਡਿਸਟੈਂਸ 'ਤੇ ਹੁੰਦੇ ਨੇ, ਤਾਂ ਇਸ ਕਰਕੇ ਜਿਹੜੇ ਉਹਨਾਂ ਦੇ ਪਕੜ ਹੁੰਦੀ ਹੈਗੀ ਉਹ ਜ਼ਿਆਦਾ ਨਹੀਂ ਹੁੰਦੀ ਐਜ਼ ਪਰ ਆਵਰ ਡਿਸਟੈਂਸ ਇਜ਼ ਇੰਕਰੀਜ਼ਿੰਗ, ਹੈ ਨਾ, ਡਿਸਟੈਂਸ ਜਿਹੜਾ ਇੰਕਰੀਜ਼ ਕਰ ਰਿਹਾ। ਤਾਂ ਇਸ ਕਰਕੇ ਜਿਹੜਾ ਉੱਥੇ ਉਹ ਇਲੈਕਟ੍ਰੋਨ ਨੇ ਉਹ ਲੂਜ਼ਲੀ ਬਾਉਂਡਡ ਇਲੈਕਟ੍ਰੋਨ ਹੁੰਦੇ ਆ, ਉਹਨਾਂ ਨੂੰ ਫ੍ਰੀ ਇਲੈਕਟ੍ਰੋਨ ਵੀ ਕਹਿੰਦੇ ਨੇ। ਓਕੇ, ਇਹੀ ਜਿਹੜੇ ਫ੍ਰੀ ਇਲੈਕਟ੍ਰੋਨ ਨੇ ਇਹ ਜਿਹੜਾ ਕਰੰਟ ਦਾ ਫਲੋ ਕਰਵਾਉਂਦੇ ਨੇ, ਜਾਂ ਇਹਨਾਂ ਦੀ ਮੂਵਮੈਂਟ ਕਰਕੇ ਹੀ ਜਿਹੜਾ ਚਾਰਜ ਜਿਹੜਾ ਹੈਗਾ ਉਹ ਫਲੋ ਕਰਦਾ ਹੈ ਕਿਸੇ ਇੱਕ ਬੋਡੀ ਤੋਂ ਦੂਸਰੀ ਬੋਡੀ ਤੱਕ, ਠੀਕ ਹੈ ਜੀ। ਓਕੇ, a substance which has large number of free electron at room temperature is called as conductor of electricity or the metals, ਠੀਕ ਹੈ ਜੀ। ਤਾਂ ਜਿਨ੍ਹਾਂ ਕੋਲ ਫ੍ਰੀ ਇਲੈਕਟ੍ਰੋਨ ਬੜੇ ਘੱਟ ਅਮਾਊਂਟ 'ਚ ਹੁੰਦੇ ਨੇ these are known as the insulators, ਓਕੇ, ਤੇ ਜਿਨ੍ਹਾਂ ਕੋਲ ਫ੍ਰੀ ਇਲੈਕਟ੍ਰੋਨ ਬੜੇ ਥੋੜੇ ਹੁੰਦੇ ਨੇ these are known as the semiconductors, ਓਕੇ, ਠੀਕ ਹੈ। ਹੁਣ ਕੀ ਹੁੰਦਾ, ਮੰਨ ਲਓ ਇੱਕ ਇਹ ਕੋਈ ਕਾਪਰ ਦੀ ਸਟ੍ਰਿਪ ਹੈ, ਓਕੇ, ਇਸ ਦੇ ਵਿੱਚ ਫ੍ਰੀ ਇਲੈਕਟ੍ਰੋਨ ਹੈਗੇ ਨੇ, ਪਏ ਨੇ, ਸਕੈਟਰਡ ਪਏ ਨੇ, ਇੱਥੇ 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 ਇਸ ਤਰ੍ਹਾਂ ਸਕੈਟਰਡ ਪਏ ਨੇ, ਠੀਕ ਹੈ। ਇਲੈਕਟ੍ਰੋਨ 'ਤੇ ਕੀ ਹੁੰਦਾ, ਨੈਗੇਟਿਵ ਚਾਰਜ ਹੁੰਦਾ। ਹੁਣ ਮੈਂ ਇੱਥੇ ਕੀ ਕੀਤਾ, ਮੈਂ ਇੱਥੇ ਨੈਗੇਟਿਵ ਫੀਲਡ ਲਗਾਈ, ਇੱਥੇ ਮਾਈਨਸ ਦੇ ਵਿੱਚ ਫੀਲਡ ਲਗਾਈ, ਜਾਂ ਇੱਥੇ ਬੈਟਰੀ ਲਗਾਈ, ਇਸ ਨੂੰ ਕਨੈਕਟ ਕੀਤਾ ਨੈਗੇਟਿਵ ਨਾਲ, ਅਤੇ ਇੱਥੇ ਇੱਕ ਪਲੇਟ ਲਗਾਈ ਬਿਲਕੁਲ ਥੋੜ੍ਹੇ ਡਿਸਟੈਂਸ 'ਤੇ, ਜਿਸ 'ਤੇ ਕਿ ਪੋਜ਼ੀਟਿਵ ਚਾਰਜ ਹੈ। ਤਾਂ ਕੀ ਹੋਏਗਾ, ਇਹ ਇਲੈਕਟ੍ਰੋਨ ਰਿਪੈਲ ਹੋਣਗੇ, ਇਹ ਇਲੈਕਟ੍ਰੋਨ ਇੱਥੇ ਰਿਪੈਲ ਹੋਣਗੇ, ਅਤੇ ਇਹ ਇਸ ਪਲੇਟ ਦੇ ਆਸ-ਪਾਸ ਇਸ ਕੋਰਨਰ 'ਤੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ, ਠੀਕ ਹੈ। ਇਹ ਥੋੜ੍ਹਾ ਜਿਹਾ ਮਤਲਬ ਜੰਪ ਕਰਨ ਦੀ ਕੋਸ਼ਿਸ਼ ਕਰਨਗੇ ਵੀ ਅਸੀਂ ਇਸ ਪੋਜ਼ੀਟਿਵ ਨੂੰ ਵੱਲ ਮੂਵ ਕਰ ਜਾਈਏ ਜਾਂ ਇਸ ਦੇ ਨਾਲ ਮਿਲ ਜਾਈਏ, ਠੀਕ ਹੈ ਜੀ। ਦਿਸ ਇਜ਼ ਇਲੈਕਟ੍ਰੋਨ, ਠੀਕ ਹੈ। ਤਾਂ ਇੱਥੇ ਇਕੱਠੇ ਹੋ ਜਾਣਗੇ। ਜੇ ਮੈਂ ਇੱਥੇ ਮਾੜਾ ਜਿਹਾ ਇੱਥੇ ਕਨੈਕਟਰ ਨੂੰ ਅਟੈਚ ਕਰ ਦੂੰਗਾ ਤਾਂ ਕੀ ਹੋਏਗਾ, ਇਹ ਇਲੈਕਟ੍ਰੋਨ ਇਸ ਪੋਜ਼ੀਟਿਵ ਨਾਲ ਮਰਜ ਹੋ ਜਾਣਗੇ, ਠੀਕ ਹੈ ਜੀ। ਅਤੇ ਇੱਧਰੋਂ ਜੇ ਮੈਂ ਇਲੈਕਟ੍ਰੋਨ ਨੂੰ ਨੈਗੇਟਿਵ ਨੂੰ ਇਸ ਨਾਲ ਕਨੈਕਟ ਕਰ ਦੂੰਗਾ ਤਾਂ ਕੀ ਹੋਏਗਾ ਕਿ ਨੈਗੇਟਿਵ ਅਮਾਊਂਟ ਆਫ ਇਲੈਕਟ੍ਰੋਨ ਜਾਂ ਫਿਰ ਇਲੈਕਟ੍ਰੋਨ ਜਿਹੜੇ ਨੇ ਇੱਧਰੋਂ ਜਾਣੇ ਸ਼ੁਰੂ ਹੋ ਜਾਣਗੇ ਇੱਧਰ, ਠੀਕ ਹੈ, ਅਤੇ ਇੱਧਰੋਂ ਇਲੈਕਟ੍ਰੋਨ ਜਿਹੜੇ ਨੇ ਆਊਟਕਮ ਦੇ ਵਿੱਚ ਇਸ ਪੋਜ਼ੀਟਿਵ ਚਾਰਜ ਨਾਲ ਮਿਲਣੇ ਸ਼ੁਰੂ ਹੋ ਜਾਣਗੇ, ਠੀਕ ਹੈ, ਠੀਕ ਹੈ ਜੀ। ਗੱਲ ਨੂੰ ਸਮਝ ਆ ਗਈ। ਤਾਂ ਇੱਕ ਤਰ੍ਹਾਂ ਦਾ ਇੱਕ ਲੂਪ ਬਣ ਗਿਆ, ਇੱਕ ਲੂਪ ਬਣ ਗਿਆ ਜਿਹਦੇ ਵਿੱਚ ਇਲੈਕਟ੍ਰੋਨ ਇਸ ਤਰ੍ਹਾਂ ਫਲੋ ਕਰ ਰਹੇ ਨੇ, ਇੱਧਰ ਜਾ ਰਹੇ ਨੇ ਅਤੇ ਇੱਧਰੋਂ ਆ ਰਹੇ ਨੇ, ਠੀਕ ਹੈ ਜੀ, ਠੀਕ ਹੈ, ਕਲੀਅਰ ਹੈ ਜੀ। ਤਾਂ ਹੁਣ ਤੁਸੀਂ ਦੇਖੋ ਵੀ ਇਲੈਕਟ੍ਰੋਨ ਦਾ ਜਿਹੜਾ ਫਲੋ ਹੈ ਉਹ ਕਿੱਥੋਂ ਤੋਂ ਕਿੱਥੋਂ ਹੋਏਗਾ, ਦੈਟ ਇਜ਼ ਫਰੋਮ ਨੈਗੇਟਿਵ ਟੂ ਪੋਜ਼ੀਟਿਵ, ਠੀਕ ਹੈ ਜੀ। the flow of electron is from negative to
ਨੈਗੇਟਿਵ ਪੋਜ਼ਿਟਿਵ ਓਕੇ, ਤਾਂ ਇਹੀ ਚੀਜ਼ ਇੱਥੇ ਹੋ ਰਹੀ ਹੈ, ਦੇਖੋ ਹੁਣ ਥੋੜੀ ਅੱਛੀ ਡਾਇਗਰਾਮ ਦੇ ਵਿੱਚ ਦ ਡਾਇਰੈਕਸ਼ਨ ਆਫ ਫਲੋ ਆਫ ਫ੍ਰੀ ਇਲੈਕਟ੍ਰੋਨ ਇਜ਼ ਕਾਲਡ ਦ ਇਲੈਕਟ੍ਰਿਕ ਕਰੰਟ। ਹੁਣ ਜਿਹੜਾ ਇਲੈਕਟ੍ਰੋਨ ਜਿਹੜੇ ਫਲੋ ਹੋ ਰਹੇ ਸੀ, ਇਹਨਾਂ ਦੇ ਫਲੋ ਨੂੰ ਹੀ ਕਹਿੰਦੇ ਨੇ ਕਰੰਟ, ਦੈਟ ਇਜ਼ ਨੋਨ ਐਜ਼ ਆਈ, ਔਰ ਜਿਹਦੇ ਯੂਨਿਟ ਹੁੰਦੇ ਆ ਐਂਪੀਅਰ ਦੇ ਵਿੱਚ, ਠੀਕ ਹੈ ਜੀ। ਪਰ ਜਿਹੜਾ ਆਪਾਂ ਕਨਵੈਨਸ਼ਨਲੀ ਆਪਾਂ ਅਸਿਊਮ ਕਰਕੇ ਚੱਲਦੇ ਹਾਂ, ਉਹ ਇਹ ਕਰਦੇ ਹਾਂ ਵੀ ਜਿਹੜਾ ਕਰੰਟ ਹੈ ਉਹ ਪੋਜ਼ਿਟਿਵ ਟੂ ਨੈਗੇਟਿਵ ਫਲੋ ਕਰਦਾ। ਤਾਂ ਆਪਾਂ ਜਿਹੜੀ ਡਾਇਰੈਕਸ਼ਨ ਹੈ ਉਹ ਕਰੰਟ ਦੀ ਇਸ ਤਰ੍ਹਾਂ ਰੱਖੀ ਹੋਈ ਹੈ, ਠੀਕ ਹੈ, ਪਰ ਐਕਚੁਅਲ ਜਿਹੜੇ ਇਲੈਕਟ੍ਰੋਨ ਨੇ ਉਹ ਫਲੋ ਇਸ ਤਰ੍ਹਾਂ ਕਰ ਰਹੇ ਨੇ, ਠੀਕ ਹੈ। ਤਾਂ ਇਸੇ ਕਰਕੇ ਇਸ ਕਰੰਟ ਨੂੰ ਕਨਵੈਨਸ਼ਨਲ ਕਰੰਟ ਕਹਿੰਦੇ ਨੇ, ਐਜ਼ਿਊਮ ਕੀਤਾ ਹੋਇਆ ਕਰੰਟ ਪਹਿਲਾਂ ਤੋਂ ਵੀ ਇਹ ਕਨਵੈਨਸ਼ਨ ਬਣੀ ਹੋਈ ਸੀਗੀ ਵੀ ਕਰੰਟ ਪੋਜ਼ਿਟਿਵ ਨੈਗੇਟਿਵ ਚੱਲਦਾ। ਹੁਣ ਬੁੱਕਸ ਛਪ ਚੁੱਕੀਆਂ, ਬੱਚਿਆਂ ਨੇ ਕਨਸੈਪਟ ਇਹ ਸਮਝ ਆ ਚੁੱਕਿਆ, ਇਸ ਕਰਕੇ ਇਸੇ ਤਰ੍ਹਾਂ ਹੀ ਇਹਨੂੰ ਚੱਲਣ ਦਿਓ। ਦਿਸ ਇਜ਼ ਬਿਕੇਮ ਏ ਕਨਵੈਨਸ਼ਨਲ ਕਰੰਟ, ਠੀਕ ਹੈ ਜੀ। ਬਟ ਐਕਚੁਅਲੀ ਜਿਹੜੇ ਇਲੈਕਟ੍ਰੋਨ ਨੇ ਉਹ ਨੈਗੇਟਿਵ ਟੂ ਪੋਜ਼ਿਟਿਵ ਜਾਂਦੇ ਨੇ, ਓਕੇ। ਤੇ ਕਰੰਟ ਦੀ ਡੈਫੀਨੇਸ਼ਨ ਹੈ ਉਹ ਇਹ ਹੁੰਦੀ ਹੈ ਕਿ ਡਾਇਰੈਕਸ਼ਨ ਆਫ ਫਲੋ ਆਫ ਫ੍ਰੀ ਇਲੈਕਟ੍ਰੋਨ ਇਜ਼ ਨੋਨ ਐਜ਼ ਇਲੈਕਟ੍ਰਿਕ ਕਰੰਟ, ਠੀਕ ਹੈ ਜੀ, ਓਕੇ। ਯੈਸ ਸਰ। Okay, I hope this is clear now. ठीक है। Now, electric current is a matter or the free electron in a motion. ठीक है। Strength of electric current is depend upon the rate of flow of electron with respect to charge time. ਜਿਹੜੀ ਇਲੈਕਟ੍ਰਿਕ ਕਰੰਟ ਹੋਊਗਾ ਉਹ ਡਿਪੈਂਡ ਕਰੇਗਾ, ਇਟ ਵਿਲ ਬੀ ਪ੍ਰੋਪੋਰਸ਼ਨਲ ਟੂ ਕਿ ਕਿੰਨਾ ਚਾਰਜ ਫਲੋ ਕਰ ਰਿਹਾ ਵਿਦ ਰਿਸਪੈਕਟ ਟੂ ਟਾਈਮ। ਜਿੰਨਾ ਜ਼ਿਆਦਾ ਚਾਰਜ ਫਲੋ ਕਰ ਰਿਹਾ ਹੋਊਗਾ ਤੇ ਟਾਈਮ ਘੱਟ ਲੱਗੂਗਾ, ਉਨੀ ਜ਼ਿਆਦਾ ਕਰੰਟ ਦੀ ਵੈਲਿਊ ਹੋਵੇਗੀ, ਠੀਕ ਹੈ ਜੀ, ਓਕੇ। ਠੀਕ ਹੋ ਗਈ ਜੀ ਗੱਲ। ਤਾਂ I is considered as rate of change in charge with respect to time, flow of charge with respect to time. This is known as electric current, that is dq upon dt, ਠੀਕ ਹੈ ਜੀ। ਇਹਦਾ ਮਤਲਬ ਇਨੀਸ਼ੀਅਲ ਕੰਡੀਸ਼ਨ ਚ Q2 minus Q1 upon T2 minus T1, ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ, ਓਕੇ। ਪਹਿਲੇ ਟਾਈਮ ਦੇ ਵਿੱਚ ਇੰਨਾ ਚਾਰਜ ਸੀ, ਦੂਜੇ ਚ ਇੰਨਾ ਫਲੋ ਕੀਤਾ, ਤਾਂ ਟੋਟਲ ਕਰੰਟ ਦੀ ਆਪਾਂ ਵੈਲਿਊ ਕੱਢ ਸਕਦੇ ਕਿ ਕਿੰਨਾ ਕਰੰਟ ਫਲੋ ਹੋਇਆ, ਓਕੇ। ਕੋਈ ਡਾਊਟ ਤਾਂ ਨਹੀਂ ਕਿਸੇ ਨੂੰ, ਕਲੈਰਿਟੀ ਹੈ ਸਭ ਨੂੰ ਹੁਣ? ਜੇ ਕਿਸੇ ਨੂੰ 1% ਵੀ ਕਲੈਰਿਟੀ ਜਸਟ ਆਸਕ, ਨਥਿੰਗ ਟੂ ਅਸ਼ੇਮਡ ਆਫ, ਓਕੇ। ਤਾਂ I is equal to Q upon T. Q is the charge which is measured in the coulomb, okay. T is time in a second. ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਯੂਨਿਟ ਦੇ ਨੂੰ ਕਦੇ ਲਾਈਟਲੀ ਨਹੀਂ ਲੈਣਾ, ਕਿਸੇ ਪੇਪਰ 'ਚ ਯੂਨਿਟ ਨੂੰ ਲਾਈਟਲੀ ਨਹੀਂ ਲੈਣਾ। ਲੈਂਥ ਦੇ ਯੂਨਿਟ ਯੂਜ਼ਲੀ ਮੀਟਰ 'ਚ ਹੁੰਦੇ ਨੇ, ਠੀਕ ਹੈ। ਏਰੀਏ ਦੇ ਹੁੰਦੇ ਮੀਟਰ ਸਕੁਏਅਰ, ਠੀਕ ਹੈ। ਵੋਲਿਊਮ ਮੀਟਰ ਕਿਊਬ, ਟਾਈਮ ਦੇ ਯੂਨਿਟ ਸੈਕਿੰਡ ਦੇ ਵਿੱਚ ਹੁੰਦੇ ਨੇ, ਠੀਕ ਹੈ। ਕਰੰਟ ਦੇ ਯੂਨਿਟ ਐਂਪੀਅਰ 'ਚ ਹੁੰਦੇ ਨੇ, ਤੇ ਵੋਲਟੇਜ ਦੇ ਯੂਨਿਟ ਵੋਲਟ ਦੇ ਵਿੱਚ ਹੁੰਦੇ ਨੇ, ਠੀਕ ਹੈ ਜੀ। ਇਹ ਤਿੰਨ ਚਾਰ ਜਿਹੜੇ ਚੀਜ਼ਾਂ ਨੇ ਇਹ ਬਿਲਕੁਲ ਇਸੇ ਤਰ੍ਹਾਂ ਲਿਖਣੇ। ਪਾਵਰ ਦੇ ਯੂਨਿਟ ਜਿਹੜੇ ਨੇ ਉਹ ਵਾਟ ਦੇ ਵਿੱਚ ਹੁੰਦੇ ਨੇ, ਓਕੇ। ਤੇ ਜਿਹੜਾ ਘਰਾਂ ਦੇ ਵਿੱਚ ਜਿਹੜਾ ਇੱਕ ਯੂਨਿਟ ਹੁੰਦਾ ਉਹਦਾ ਮਤਲਬ ਹੁੰਦਾ 1 ਕਿਲੋ ਵਾਟ, ਇਹ ਗੱਲ ਯਾਦ ਰੱਖਣੀ ਹੈ। 1 ਕਿਲੋ ਵਾਟ ਮਤਲਬ 1000 ਵਾਟ ਜਿਹੜਾ ਹੁੰਦਾ ਹੈ, ਠੀਕ ਹੈ, ਪਰ ਆਵਰ ਦੇ ਹਿਸਾਬ ਨਾਲ ਇਹਨੂੰ ਕੈਲਕੂਲੇਟ ਕਰਦੇ ਐਨਰਜੀ, ਠੀਕ ਹੈ। ਜੇ ਨੁਮੈਰੀਕਲ ਦੇ ਵਿੱਚ mm ਲਿਖਿਆ ਹੋਇਆ ਹੈ ਤੇ ਜਵਾਬ ਨੀਚੇ mm ਚ ਹੈ, ਜਾਂ ਸਟੈਂਡਰਡ ਜਵਾਬ ਹੈ ਐਂਪੀਅਰ ਦੇ ਵਿੱਚ, ਵਾਟ ਦੇ ਵਿੱਚ, ਜਸਟ ਕਨਵਰਟ ਦਿਸ mm ਟੂ ਮੀਟਰ, ਠੀਕ ਹੈ। 1 ਮੀਟਰ ਦੇ ਵਿੱਚ 1000 ਕਿੰਨਾ ਹੁੰਦਾ ਹੈਗਾ, mm ਹੁੰਦੇ, 1000 ਮਿਲੀਮੀਟਰ ਹੁੰਦੇ ਆ, ਠੀਕ ਹੈ ਜੀ। 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਨੇ, ਠੀਕ ਹੈ ਜੀ, ਓਕੇ। ਜੇ 1 ਘੰਟਾ ਦਿੱਤਾ ਹੋਏਗਾ, 1 ਆਵਰ ਦਿੱਤਾ ਹੋਇਆ ਮਤਲਬ 3600 ਸੈਕਿੰਡ, ਠੀਕ ਹੈ ਜੀ। ਤਾਂ ਇਹ ਯੂਨਿਟ ਨੂੰ ਕਦੇ ਵੀ ਤੁਸੀਂ ਲਾਈਟਲੀ ਨਹੀਂ ਲੈਣਾ, ਤੇ ਬਿਲੀਵ ਮੀ 2 ਕੁਐਸਚਨ ਘੱਟੋ ਘੱਟ ਤੁਹਾਨੂੰ ਯੂਨਿਟ ਬੇਸ ਤੇ ਹੀ ਆਉਣਗੇ ਵੀ ਕਿਸ ਦੇ ਕੀ ਯੂਨਿਟ ਹੁੰਦੇ ਨੇ, ਬਿਲੀਵ ਮੀ, ਹੈ ਨਾ। ਵੀ ਇਸ ਦੇ ਵਿੱਚ ਕਿਹੜਾ ਯੂਨਿਟ ਜਿਹੜਾ ਇਲੈਕਟ੍ਰੀਕਲ ਐਨਰਜੀ ਦਾ ਜਾਊਲ ਦਾ, ਠੀਕ ਹੈ ਨਾ, ਕੈਲਰੀ ਦਾ, ਹਾਰਸ ਪਾਵਰ ਦਾ। ਤਾਂ ਇਸ ਨੂੰ ਥੋੜ੍ਹਾ ਜਿਹਾ ਤੁਸੀਂ ਆਪ ਬਰਸ਼ ਅਪ ਕਰਨਾ ਸ਼ੁਰੂ ਕਰ ਦਿਓ, ਠੀਕ ਹੈ ਜੀ। ਜਾਂ ਜਦੋਂ ਵੀ ਮੈਂ ਤੁਹਾਨੂੰ ਕੋਈ ਸਵਾਲ ਕਰਾਉਂਦਾ ਹੈਗਾ ਤਾਂ ਉਸ ਦੇ ਉੱਪਰ ਤੁਸੀਂ ਯੂਨਿਟ 'ਤੇ ਤੁਸੀਂ ਜ਼ਰੂਰ ਫੋਕਸ ਕਰਨਾ, ਓਕੇ। Okay, now 1 ampere of current is said to flow through a wire if any cross section of 1 coulomb of charge flowing.
ਛੱਡੋ ਇਹਨਾਂ ਗੱਲਾਂ ਨੂੰ। ਪਹਿਲਾਂ ਇਲੈਕਟ੍ਰਿਕ ਕਰੰਟ 'ਤੇ ਆਉਂਦੇ ਹਾਂ। ਇਲੈਕਟ੍ਰਿਕ ਕਰੰਟ ਕੀ ਹੁੰਦਾ? ਮੰਨ ਲਓ ਇਸ ਤਾਰ ਦੇ ਵਿੱਚ ਦੀ 7 ਐਂਪੀਅਰ ਕਰੰਟ ਜਾ ਰਿਹਾ, ਠੀਕ ਹੈ, ਤਾਂ ਇਸ ਦਾ ਮਤਲਬ ਇੱਧਰ ਆਪਾਂ ਜੁਆਇੰਟ ਕਰਕੇ ਇੱਕ ਤਾਰ ਇੱਧਰ ਲਗਾਤੀ, ਇੱਕ ਇੱਧਰ ਲਗਾਤੀ, ਤਾਂ ਇੱਧਰ ਮੰਨ ਲਓ 3 ਐਂਪੀਅਰ ਜਾ ਰਿਹਾ, ਤਾਂ ਦੂਜੇ 'ਚ ਦੀ 7 ਮਾਈਨਸ 3 ਜਾਊਗਾ, ਠੀਕ ਹੈ। ਇਹਦਾ ਮਤਲਬ ਕੀ ਹੈ? ਇਲੈਕਟ੍ਰਿਕ ਜਿਹੜੀ ਕੁਆਂਟਿਟੀ ਆ ਉਹ ਸਕੇਲਰ ਕੁਆਂਟਿਟੀ ਹੈ। ਮੰਨ ਲਓ ਇਸ ਤਰ੍ਹਾਂ 4 ਦਾ ਲੂਪ ਸੀ, ਇੱਧਰ ਮੈਂ ਕਹਿੰਦਾ 4 ਐਂਪੀਅਰ ਜਾ ਰਿਹਾ, ਇੱਧਰ 1 ਐਂਪੀਅਰ ਜਾ ਰਿਹਾ, ਤੇ ਇੱਧਰ 2 ਐਂਪੀਅਰ ਜਾ ਰਿਹਾ, ਤਾਂ ਇੱਧਰ ਕਿੰਨਾ ਜਾਊਗਾ? 1 ਐਂਪੀਅਰ, ਠੀਕ ਹੈ। ਇਟ ਇਜ਼ ਅ ਸਮ ਆਫ ਕੁਆਂਟਿਟੀ, ਮਤਲਬ ਜਿੰਨਾ ਇਨਫਲੋ ਹੈ ਉਨਾ ਹੀ ਆਊਟਫਲੋ ਹੋਊਗਾ ਹੀ ਹੋਊਗਾ, ਠੀਕ ਹੈ ਜੀ, ਠੀਕ ਹੈ, ਓਕੇ। ਨਾਓ ਜਿਹੜੀ ਇਲੈਕਟ੍ਰਿਕ ਕਰੰਟ ਹੈ ਉਹ ਸਕੇਲਰ ਕੁਆਂਟਿਟੀ ਤਾਂ ਹੈ ਨਾ, ਪਰ ਇਹ ਵੈਕਟਰ ਕੁਆਂਟਿਟੀ ਹੈਗੀ ਹੈ। ਤੁਹਾਨੂੰ ਵੈਕਟਰ ਤੇ ਸਕੇਲਰ ਦਾ ਫਰਕ ਪਤਾ ਹੈ? ਮੈਂ ਦੱਸ ਦਿੰਦਾ। ਸਕੇਲਰ ਕੁਆਂਟਿਟੀ ਉਹ ਹੁੰਦੀ ਹੈ ਜਿਹੜੀ ਇੰਡੀਪੈਂਡੈਂਟ ਹੁੰਦੀ ਹੈ ਡਾਇਰੈਕਸ਼ਨ ਦੇ, ਜਿਹੜੀ ਡਾਇਰੈਕਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਬਟ ਆਪਾਂ ਤਾਂ ਇਲੈਕਟ੍ਰੀਕਲ ਕਰੰਟ ਦੀ ਡਾਇਰੈਕਸ਼ਨ ਦੀ ਵੀ ਗੱਲ ਕਰਦੇ ਹਾਂ ਵੀ ਇਹ ਪੋਜ਼ਿਟਿਵ ਟੂ ਨੈਗੇਟਿਵ ਫਲੋ ਕਰਦਾ ਹੈ ਨਾ, ਹੈ ਨਾ। ਪਰ ਮੰਨ ਲਓ ਇਸ ਤਾਰ ਦੇ ਵਿੱਚ ਦੀ 7 ਐਂਪੀਅਰ ਕਰੰਟ ਜਾ ਰਿਹਾ ਸੀ, ਮੈਂ ਇਹਨੂੰ ਮੋੜ ਕੇ ਇੱਥੇ ਵਾਪਸ ਲਿਆਇਆ, ਤਾਂ ਇੱਥੇ ਕੀ ਮੇਰੇ ਕੋਲ 7 ਐਂਪੀਅਰ ਕਰੰਟ ਨਹੀਂ ਹੋਊਗਾ? ਇੱਥੇ ਕਰੰਟ ਹੋਊਗਾ, ਓਕੇ। ਜੇ ਇਹ ਵੈਕਟਰ ਕੁਆਂਟਿਟੀ ਹੁੰਦੀ ਤਾਂ ਇੱਥੇ ਕਰੰਟ 0 ਹੋਣਾ ਚਾਹੀਦਾ ਸੀ, ਜਸਟ ਇਨ ਦ ਕੇਸ ਆਫ ਵੈਲੋਸਿਟੀ। ਵੈਲੋਸਿਟੀ ਪੜ੍ਹੀ ਹੈ ਨਾ, ਮੈਂ ਇੱਕ ਪੁਆਇੰਟ ਤੋਂ ਚੱਲਿਆ 10 ਕਿਲੋਮੀਟਰ, ਠੀਕ ਹੈ, ਤੇ ਵਾਪਸ ਆ ਗਿਆ, ਮੈਂ ਵਾਪਸ ਉਸੇ ਪੁਆਇੰਟ ਤੇ ਆ ਗਿਆ, ਠੀਕ ਹੈ। ਦੱਸੋ ਮੇਰੀ ਨੈਟ ਵੈਲੋਸਿਟੀ ਕੀ ਹੈ? ਦੈਟ ਵੁੱਡ ਬੀ 0, ਬਿਕੋਜ਼ ਦ ਨੈਟ ਡਿਸਪਲੇਸਮੈਂਟ ਫਰੋਮ ਦਿਸ ਪੁਆਇੰਟ ਇਜ਼ 0। ਇਸ ਤੋਂ ਇਤਨੀ ਡਿਸਟੈਂਸ ਕਵਰ ਹੀ ਨਹੀਂ ਕੀਤਾ, ਡਿਸਪਲੇਸ ਹੀ ਨਹੀਂ ਹੋਇਆ, ਤਾਂ ਇਸ ਕਰਕੇ ਇੱਥੇ ਵੈਲੋਸਿਟੀ 0 ਹੈ, ਬਿਕੋਜ਼ ਵੈਲੋਸਿਟੀ ਇਜ਼ ਇਕੁਅਲ ਟੂ ਡਿਸਪਲੇਸਮੈਂਟ ਅਪੋਨ ਟਾਈਮ। ਟਾਈਮ ਤਾਂ ਆਪਣੇ ਕੋਲ ਹੈਗਾ, ਬਟ ਡਿਸਪਲੇਸਮੈਂਟ ਇਜ਼ 0, ਸੋ ਦਿਸ ਵੈਲੋਸਿਟੀ ਇਜ਼ 0 ਐਂਡ ਇਟ ਇਜ਼ ਏ ਵੈਕਟਰ ਕੁਆਂਟਿਟੀ। ਪੜ੍ਹੀ ਹੈ ਨਾ +2 ਦੇ ਵਿੱਚ ਜਾਂ ਫਿਜ਼ਿਕਸ ਦੇ ਵਿੱਚ? ਹਾਂਜੀ ਸਰ। ਓਕੇ, ਤਾਂ ਕਰੰਟ ਇਜ਼ ਅ ਸਕੇਲਰ ਕੁਆਂਟਿਟੀ, ਹਾਊਐਵਰ ਇਟ ਹੈਜ਼ ਅ ਡਾਇਰੈਕਸ਼ਨ, ਠੀਕ ਹੈ ਜੀ, ਓਕੇ। ਇਟ ਇਜ਼ ਨਾਟ ਅ ਵੈਕਟਰ ਕੁਆਂਟਿਟੀ, ਪੇਪਰ 'ਚ ਗਲਤ ਨਾ ਕਰੇ ਹੋ। ਨਾਓ ਟਾਈਪ ਆਫ ਕਰੰਟ। ਕਰੰਟ ਕਿੰਨੇ ਟਾਈਪ ਦਾ ਹੁੰਦਾ ਹੈ? ਕਰੰਟ ਦੀਆਂ ਬਹੁਤ ਟਾਈਪਸ ਹੁੰਦੀਆਂ। ਇੱਕ ਤਾਂ ਹੁੰਦਾ ਸਟੱਡੀ ਕਰੰਟ, ਵੀ ਟਾਈਮ ਦੇ ਅਕੋਰਡਿੰਗ ਉਹਦੀ ਵੈਲਿਊ 5 ਐਂਪੀਅਰ ਹੈ ਮੰਨ ਲਓ, ਤਾਂ 5 ਐਂਪੀਅਰ ਹੀ ਚੱਲੀ ਜਾਂਦਾ, ਠੀਕ ਹੈ, ਸਟ੍ਰੇਟ ਲਾਈਨ ਦੇ ਵਿੱਚ ਚੱਲੀ ਜਾਂਦਾ। ਇੱਕ ਹੁੰਦਾ ਵੇਰੀ, ਕਰੰਟ ਦੀ ਵੈਲਿਊ ਜਿਹੜੀ ਹੈ ਉਹ ਵੇਰੀ ਕਰੀ ਜਾਂਦੀ ਹੈ ਟਾਈਮ ਦੇ ਨਾਲ ਨਾਲ, ਠੀਕ ਹੈ, ਤਾਂ ਦਿਸ ਇਜ਼ ਅ ਵੇਰਿੰਗ ਕਰੰਟ। ਅਲਟਰਨੇਟਿੰਗ ਕਰੰਟ ਕੀ ਹੁੰਦਾ ਹੈ ਕਿ ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ ਤੇ ਮੈਗਨੀਟਿਊਡ ਹੈ ਉਹ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ ਚੇਂਜ ਹੋਈ ਜਾਂਦਾ ਰਹਿੰਦਾ, ਤੇ ਉਸੇ ਟਾਈਮ ਪੀਰੀਅਡ ਨੂੰ ਫੋਲੋ ਕਰੀ ਜਾਂਦਾ ਰਹਿੰਦਾ, ਠੀਕ ਹੈ ਜੀ। ਦਿਸ ਇਜ਼ ਨੋਨ ਅ ਅਲਟਰਨੇਟਿੰਗ ਕਰੰਟ ਔਰ ਸਾਈਨੋਸਾइडल ਏਸੀ ਕਰੰਟ, ਠੀਕ ਹੈ ਜੀ, ਓਕੇ। ਨਾਓ ਪੇਪਰ 'ਚ ਤੁਸੀਂ ਯਕੀਨ ਨਹੀਂ ਮੰਨੋਗੇ, ਏਸੀ ਦੀ ਡੈਫੀਨੇਸ਼ਨ ਪੁੱਛੀ ਹੋਈ ਹੈ। ਏਸੀ ਕਰੰਟ ਕੀ ਹੁੰਦਾ? ਦ ਕਰੰਟ ਵਿਚ ਇਜ਼ ਚੇਂਜਿੰਗ ਇਟਸ ਮੈਗਨੀਟਿਊਡ, ਇਹਦਾ ਮੈਗਨੀਟਿਊਡ ਵੀ ਚੇਂਜ ਹੋ ਰਿਹਾ ਕਰੰਟ ਦਾ। ਇੱਥੇ ਮੰਨ ਲਓ 10 ਐਂਪੀਅਰ ਸੀ, ਇੱਥੇ 20 ਹੋ ਗਿਆ, ਫਿਰ ਘਟ ਗਿਆ, ਫਿਰ ਵੱਧ ਗਿਆ, ਮੈਗਨੀਟਿਊਡ ਚੇਂਜ ਹੋ ਗਿਆ, ਤੇ ਨਾਲ ਨਾਲ ਇਹਦੀ ਪੋਲੈਰਿਟੀ ਚੇਂਜ ਹੋ ਗਈ, ਮਤਲਬ ਡਾਇਰੈਕਸ਼ਨ ਵੀ ਚੇਂਜ ਹੋ ਗਈ। ਪਹਿਲਾਂ ਪੋਜ਼ਿਟਿਵ ਟੂ ਨੈਗੇਟਿਵ ਸੀ, ਹੁਣ ਇੱਧਰੋਂ ਉਲਟਾ ਹੋ ਗਿਆ, ਟਰਮੀਨਲ ਉਲਟੇ ਹੋ ਗਏ। ਨੈਗੇਟਿਵ ਹੈਗਾ ਤਾਂ ਪੋਜ਼ਿਟਿਵ ਨੈਗੇਟਿਵ, ਬਟ ਟਰਮੀਨਲ ਆਰ ਚੇਂਜ ਬੇਸਿਕਲੀ, ਠੀਕ ਹੈ। ਤਾਂ ਏਸੀ ਕਰੰਟ ਉਹ ਹੁੰਦਾ ਜਿਹਦੀ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਚੇਂਜ ਹੁੰਦੀ ਹੈ, ਠੀਕ ਹੈ ਜੀ, ਓਕੇ। ਪੇਪਰ 'ਚ ਕੁਐਸਚਨ ਆਇਆ ਹੋਇਆ ਇਹ 2-3 ਵਾਰ, ਇੱਕ ਵਾਰ ਵੀ ਨਹੀਂ, ਓਕੇ। ਹੁਣ ਫਲੋ ਕਿਵੇਂ ਕਰਦਾ ਕਰੰਟ, ਜਾਂ ਇਲੈਕਟ੍ਰੋਨ ਫਲੋ ਕਿਵੇਂ ਕਰਦੇ? ਮੰਨ ਲਓ ਇਹ ਇੱਥੇ ਪੋਜ਼ਿਟਿਵ ਚਾਰਜ ਲਗਾਇਆ ਹੋਇਆ, ਠੀਕ ਹੈ, ਇੱਥੇ ਨੈਗੇਟਿਵ ਲਗਾਇਆ ਹੋਇਆ, ਨੈਗੇਟਿਵ ਲਗਾਇਆ, ਤਾਂ ਇੱਥੋਂ ਜਿਹੜੇ ਇਲੈਕਟ੍ਰੋਨ ਨੇ ਰਿਪੈਲ ਕਰਨਗੇ ਇੱਕ ਦੂਜੇ ਨੂੰ, ਤੇ ਡਰਿਫਟ ਕਰਦੇ 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 ਇੱਕ ਦੂਜੇ 'ਚ ਵਾਈਬਰੇਟ ਕਰਦੇ, ਕੋਲੀਜਨ ਹੁੰਦਾ ਹੁੰਦਾ, ਇਸ ਤੋਂ ਇਲੈਕਟ੍ਰੋਨ ਇੱਥੋਂ ਨਿਕਲ ਗਏ, ਠੀਕ ਹੈ। ਤਾਂ ਇਹ ਜਿਹੜੀ ਵੈਲੋਸਿਟੀ ਹੈ, ਜਿਹੜੀ ਡਰਿਫਟ ਕਰਨ ਦੀ ਜਿਹੜੀ ਵੈਲੋਸਿਟੀ ਹੈ ਇਸ ਇਲੈਕਟ੍ਰੋਨ ਦੀ, ਇੱਥੋਂ ਤੋਂ ਲੈ ਕੇ ਇੱਥੋਂ ਤੱਕ, ਇਹਨੂੰ ਕਹਿੰਦੇ ਨੇ ਡਰਿਫਟ ਵੈਲੋਸਿਟੀ ਆਫ ਇਲੈਕਟ੍ਰੋਨ, ਠੀਕ ਹੈ ਜੀ, ਜਿਹਨੂੰ ਕਹਿੰਦੇ ਨੇ ਡਰਿਫਟ ਵੈਲੋਸਿਟੀ ਆਫ ਇਲੈਕਟ੍ਰੋਨ। ਦਿਸ ਇਜ਼ ਅ ਬੈਟਰੀ, ਇਹਦਾ ਇਹ ਪੋਜ਼ਿਟਿਵ ਟਰਮੀਨਲ ਹੁੰਦਾ, ਇਹ ਨੈਗੇਟਿਵ ਟਰਮੀਨਲ ਹੁੰਦਾ, ਓਕੇ। ਇਹਨੂੰ ਇਸ ਤਰ੍ਹਾਂ ਸਾਈਨ ਨਾਲ ਨੋਟ ਕਰਦੇ, ਠੀਕ ਹੈ ਜੀ, ਓਕੇ। ਨਾਓ the average time that an electron spent between the two collision is called as the relaxation time। ਮਤਲਬ ਕੀ ਹੈ, ਜਦੋਂ ਇੱਥੋਂ ਤੋਂ ਲੈ ਕੇ ਇਸ ਤੱਕ ਕੋਲਾਈਡ ਕੀਤਾ, ਤੇ ਕੋਲਾਈਡ ਕਰਨ ਤੋਂ ਬਾਅਦ ਨੈਕਸਟ ਕੋਲੀਜਨ ਤੱਕ ਦਾ ਜਿਹੜਾ ਟਾਈਮ ਹੈ ਉਹਨੂੰ ਕਹਿੰਦੇ ਨੇ ਰਿਲੈਕਸੇਸ਼ਨ ਟਾਈਮ।
the average velocity with which free electrons get drifted in a metallic conductor under the influence of electric field is known as the drift velocity. Okay, average velocity ਜਿਹੜੀ ਹੈਗੀ ਇਹਨਾਂ ਇਲੈਕਟ੍ਰੋਨਾਂ ਦੀ ਮੂਵ ਕਰਨ ਦੀ ਉਹਨੂੰ ਕਹਿੰਦੇ ਨੇ ਡ੍ਰਿਫਟ ਵੈਲੋਸਿਟੀ। ਇਸ ਦੇ ਬੇਸ ਤੇ ਨੂਮੈਰੀਕਲ ਜ਼ਰੂਰ ਆ ਜਾਂਦਾ ਹੁੰਦਾ, ਸੌਖਾ ਨੂਮੈਰੀਕਲ ਹੁੰਦਾ, ਇਸ ਕਰਕੇ ਜ਼ਰੂਰੀ ਹੈ। ਲਾਈਕ ਇੱਥੋਂ ਇਲੈਕਟ੍ਰੋਨ ਜਿਹੜਾ ਇੱਥੋਂ ਤੱਕ ਮੂਵ ਕੀਤਾ ਤਾਂ ਦਿਸ ਇਜ਼ ਨੋਨ ਐਜ਼ ਦ ਡ੍ਰਿਫਟ ਵੈਲੋਸਿਟੀ। ਤਾਂ ਜਿਹੜਾ ਕਰੰਟ ਹੈ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੀ ਡੀ। ਜਿੰਨੀ ਡ੍ਰਿਫਟ ਵੈਲੋਸਿਟੀ ਜ਼ਿਆਦਾ ਹੋਊਗੀ ਉਨਾ ਫਲੋ ਆਫ ਕਰੰਟ ਜ਼ਿਆਦਾ ਹੋਊਗਾ, ਜਾਂ ਐਂ ਕਰੋ ਉਹਨੇ ਨੰਬਰ ਆਫ ਇਲੈਕਟ੍ਰੋਨ ਜਿਹੜੇ ਨੇ, ਨੰਬਰ ਆਫ ਇਲੈਕਟ੍ਰੋਨ ਜਿਹੜੇ ਨੇ ਉਹ ਜ਼ਿਆਦਾ ਜਲਦੀ ਟ੍ਰਾਂਸਫਰ ਹੋਣਗੇ। ਠੀਕ ਹੈ, ਇਸ ਪਾਈਪ ਦੇ ਵਿੱਚ ਦੀ। ਠੀਕ ਹੈ ਜੀ, ਸਮਝੇ ਗੱਲ ਨੂੰ? ਤਾਂ ਉਨਾ ਜ਼ਿਆਦਾ ਕਰੰਟ ਦੀ ਵੈਲਿਊ ਵਧੇਗੀ। ਓਕੇ, ਤਾਂ ਜਿਹੜਾ ਇਲੈਕਟ੍ਰਿਕ ਕਰੰਟ ਹੈ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਡ੍ਰਿਫਟ ਵੈਲੋਸਿਟੀ। ਦੂਜੀ ਜਿਹੜੀ ਚੀਜ਼ ਹੈ ਉਸ 'ਤੇ ਡਿਪੈਂਡ ਕਰਦਾ ਵੀ ਇਹ ਏਰੀਆ ਕਿੰਨਾ ਹੈ, ਇਹ ਕਿੰਨੀ ਵੱਡੀ ਮੋਟੀ ਪਾਈਪ ਹੈ। ਜਿੰਨੀ ਮੋਟੀ ਜ਼ਿਆਦਾ ਪਾਈਪ ਹੋ ਉਨੀ ਜਲਦੀ ਕਰੰਟ, ਉਨਾ ਜ਼ਿਆਦਾ ਕਰੰਟ ਜ਼ਿਆਦਾ ਪਾਸ ਕਰੂਗਾ। ਠੀਕ ਹੈ ਜੀ, ਓਕੇ। ਤਾਂ ਜਿਹੜਾ ਇਹਦਾ ਨੈਟ ਫਾਰਮੂਲਾ ਹੈਗਾ ਉਹ ਹੈਗਾ I ਇਜ਼ ਇਕੁਅਲ ਟੂ N ਦੈਟ ਇਜ਼ ਨੰਬਰ ਆਫ ਇਲੈਕਟ੍ਰੋਨ ਗੁਣਾ ਚਾਰਜ ਔਨ ਇਲੈਕਟ੍ਰੋਨ। ਚਾਰਜ ਔਨ ਇਲੈਕਟ੍ਰੋਨ ਕੀ ਸੀਗਾ? ਔਨ ਵਨ ਇਲੈਕਟ੍ਰੋਨ 1.604 ਇੰਟੂ 10⁻⁻18 ਰਾਈਟ। ਤੇ ਇਹ ਜਿਹੜਾ ਹੈਗਾ ਉਹ ਹੈਗਾ ਏਰੀਆ ਆਫ ਕ੍ਰੋਸ ਸੈਕਸ਼ਨ ਇਸ ਪਾਈਪ ਦਾ। ਠੀਕ ਹੈ ਜੀ, ਇਹਦਾ ਏਰੀਆ ਆਫ ਕ੍ਰੋਸ ਸੈਕਸ਼ਨ। ਤੇ ਵੀ ਡੀ ਜਿਹੜੀ ਹੈਗੀ ਉਹ ਹੈਗੀ ਹੈ ਡ੍ਰਿਫਟ ਵੈਲੋਸਿਟੀ। ਠੀਕ ਹੈ ਜੀ, ਇਸ ਦੇ ਬੇਸ ਤੇ ਆਪਾਂ ਨੂੰ ਕੁਐਸਚਨ ਜ਼ਰੂਰ ਆਉਣਗੇ। ਇਹ ਮੀਟਰ ਪਰ ਸੈਕਿੰਡ ਦੇ ਵਿੱਚ ਹੁੰਦੀ ਹੈ। ਠੀਕ ਹੈ, ਏਰੀਆ ਜਿਹੜਾ ਮੀਟਰ ਸਕੁਏਅਰ ਦੇ ਵਿੱਚ। ਠੀਕ ਹੈ, ਇਹ ਚਾਰਜ, ਇਲੈਕਟ੍ਰਿਕ ਚਾਰਜ ਜਿਹੜਾ ਕੂਲਮ ਦੇ ਵਿੱਚ, ਐਨ ਜਿਹੜੀ ਹੈ ਨੰਬਰ ਦੇ ਵਿੱਚ। ਠੀਕ ਹੈ, ਦਿਸ ਵਿਲ ਬਿਕੇਮ ਇਨ ਐਂਪੀਅਰ। ਠੀਕ ਹੈ ਜੀ, ਓਕੇ। ਠੀਕ ਹੈ ਜੀ, ਐਕਸਕਿਊਜ਼ ਮੀ ਹਾਂਜੀ ਸਰ। ਸਰ, ਜੋ ਤੁਸੀਂ ਚਾਰਜ ਕਿਹਾ ਇਹ 1.602 into 10 raised to power minus 19 18 ਹੈ ਕਿ 19 ਹੈ? 19 ਹੈ ਜੀ, 19 ਹਾਂ, ਆ ਲਿਖਾਇਆ ਹੋਇਆ ਜਸਟ ਸੀ here it is 1.602 into 10⁻⁻19 ਹਾਂਜੀ। okay। ओके, ठीक है जी, 10⁻⁻19 कूलम 1.602 into 10⁻⁻19 कूलम। ठीक है जी, दिस इज द चार्ज। ਇਹਨਾਂ ਨੂੰ ਮਲਟੀਪਲਾਈ ਕਰਨਾ ਹੈ, ਵੀ ਵਿਲ ਗੈਟ ਦਾ ਆਨਸਰ ਦੈਟ ਇਜ਼ ਕਰੰਟ। ਠੀਕ ਹੈ, ਉਹੀ ਏਰੀਆ ਆਫ ਕ੍ਰੋਸ ਸੈਕਸ਼ਨ ਆਫ ਦ ਵਾਇਰ, n is the electron density that is the number of free electrons per unit volume, E is the charge on each electron, and Vd is the drift velocity of electron which is in meter per second. Okay, ठीक है जी। ਤਾਂ ਇੱਕ ਕੁਐਸਚਨ ਹੈਗਾ ਉਹਨੂੰ ਸੋਲਵ ਕਰਦੇ ਆਪਾਂ, ਥੋੜੀ ਜਿਹੀ ਇਹਦੀ ਕਲੈਰਿਟੀ। ਇਹ ਕਹਿੰਦਾ 60 ਵਾਟ ਦਾ ਜਿਹੜਾ ਲਾਈਟ ਬਲਬ ਹੈ ਉਸ ਤੇ ਕਰੰਟ ਜਿਹੜਾ 0.5 ਐਂਪੀਅਰ ਦਾ ਫਲੋ ਕਰਦਾ ਹੈ। ਠੀਕ ਹੈ, ਉਸ 'ਚ 5 ਐਂਪੀਅਰ 0.5 ਐਂਪੀਅਰ ਫਲੋ ਕਰਦਾ ਹੈ। ਨੰਬਰ ਆਫ ਇਲੈਕਟ੍ਰੋਨ ਪਾਸਿੰਗ ਥਰੂ ਕ੍ਰੋਸ ਸੈਕਸ਼ਨ ਆਫ ਦ ਫਿਲਾਮੈਂਟ। ਹੁਣ ਜਦੋਂ ਇਹਨੇ ਕੁਝ ਵੀ ਨਹੀਂ ਦਿੱਤਾ ਨਾ, ਇਹਦਾ ਮਤਲਬ ਉਹ 1 ਸੈਕਿੰਡ ਦੀ ਗੱਲ ਕਰਦਾ ਹੈ, 1 ਇੰਸਟੈਂਟ ਦੇ ਵਿੱਚ ਕਿੰਨਾ ਇਸ ਦੇ ਵਿੱਚ ਨੰਬਰ ਆਫ ਇਲੈਕਟ੍ਰੋਨ ਪਾਸ ਕਰਦੇ ਨੇ। ਓਕੇ, ਹੁਣ ਕੀ ਕੁਛ ਆਪਣੇ ਕੋਲ? ਵੀ ਹੈਵ ਆਈ ਓਨਲੀ ਵਿਚ ਇਜ਼ 0.5 ਐਂਪੀਅਰ। ਓਕੇ ਜੀ, ਨਾਓ ਵੀ ਨੋ ਦੈਟ ਕਿ I ਇਜ਼ ਇਕੁਅਲ ਟੂ Q ਅਪੋਨ T। ਠੀਕ ਹੈ ਜੀ, I ਇਜ਼ ਇਕੁਅਲ ਟੂ Q ਅਪੋਨ T। ਤਾਂ Q ਜਿਹੜੀ ਹੈਗੀ ਹੈ, ਇਸ 'ਤੇ ਆਉਂਦੇ ਆਪਾਂ। Q ਜਿਹੜੀ ਹੈਗੀ ਨੰਬਰ ਆਫ ਇਲੈਕਟ੍ਰੋਨਸ ਇੰਟੂ ਚਾਰਜ ਔਨ ਇਲੈਕਟ੍ਰੋਨ। ਠੀਕ ਹੈ, ਡਿਵਾਈਡ ਬਾਈ T। ਇਹਨੇ ਪੁੱਛਿਆ ਕੀ ਆਪਣੇ ਨੂੰ? ਨੰਬਰ ਆਫ ਇਲੈਕਟ੍ਰੋਨ ਇਹਨੇ ਪੁੱਛਿਆ N। ਠੀਕ ਹੈ, ਤਾਂ N ਇਜ਼ ਇਕੁਅਲ ਟੂ E ਇੰਟੂ T ਇੰਟੂ 0.5। ਠੀਕ ਹੈ ਜੀ, ਤਾਂ T ਕਿੰਨਾ ਇੱਥੇ 1 ਸੈਕਿੰਡ ਹੈ। ਠੀਕ ਹੈ, ਇਲੈਕਟ੍ਰੋਨ ਦੇ ਚਾਰਜ ਕਿੰਨਾ ਹੁੰਦਾ ਹੈ 1.602 ਇੰਟੂ 10⁻⁻19। ਠੀਕ ਹੈ ਜੀ, ਡਿਵਾਈਡ ਬਾਈ 0.5। ਓਕੇ, sorry upon T is equal to 0.5। T is 1, ਤਾਂ N ਦੀ ਵੈਲਿਊ ਕਿੰਨੀ ਆ ਜਾਏਗੀ 0.5 ਡਿਵਾਈਡ ਬਾਈ 1.602 into 10⁻⁻19। ਦਿਸ ਵੁੱਡ ਬੀ ਆਵਰ ਆਨਸਰ। ਠੀਕ ਹੈ, ਤਾਂ ਇਲੈਕਟ੍ਰੋਨ ਜਿਹੜੇ ਨੇ ਉਹ ਮਲਟੀਪਲ ਹੋਣਗੇ 10 ਦੀ ਪਾਵਰ 19 ਦਾ ਇੱਕ ਤਾਂ। ਠੀਕ ਹੈ ਜੀ, ਮਾਈਨਸ ਹੈ ਨਾ, ਉੱਪਰ ਜਾ ਕੇ ਪਲੱਸ ਹੋ ਜਾਏਗੀ, ਤਾਂ ਇਹਦਾ ਜਵਾਬ ਆ ਜਾਏਗਾ ਇਹ।
3.1 इंटू 10⁻18 इलैक्ट्रॉन, मतलब जे 5.5 एम्पीयर का करंट फ्लो करता पिया है तो इन्ने इलैक्ट्रॉन जिहड़े ने उसदे विच ट्रांसफर हो गए। ठीक है जी, ओके, पर सैकेंड के हिसाब। ठीक है, कोई डाउट तो नहीं? Yes. क्लैरिटी है ना? बेसिकली वी नो कि करंट जिहड़ा है दैट करंट इज इक्वल टू Q अपॉन T, एंड वी नो दैट कि Q इज इक्वल टू नंबर ऑफ इलैक्ट्रॉन गुना चार्ज ऑन दैट इलैक्ट्रॉन। ठीक है जी, सिंपली। ओके ओके, नाउ नेक्स्ट क्वेश्चन किसी पिक्चर, द नंबर ऑफ इलैक्ट्रॉन दैट पास थ्रू द क्रॉस सेक्शन इन 1 आवर। ਹੁਣ ਕਹਿੰਦਾ ਘੰਟੇ ਦੇ ਵਿੱਚ ਪਤਾ ਕਰੋ ਵੀ ਕਿੰਨੇ ਇਲੈਕਟ੍ਰੋਨ ਪਾਸ ਕਰ ਜਾਣਗੇ। ਸਿੰਪਲ ਹੈ, 3.1 ਨੂੰ ਗੁਣਾ 60 ਗੁਣਾ 60 ਕਰ ਦਿਓ, ਯੂ ਵਿਲ ਗੈਟ ਦ ਆਂਸਰ, ਹੈ ਨਾ। ਜਾਂ ਫਿਰ ਕੂਲਮ ਚਾਰਜ ਲੈ ਲਓ, 0.5 ਇੰਟੂ 60 ਇੰਟੂ 60। ਠੀਕ ਹੈ ਜੀ, ਵੀ ਹੈਵ ਦ ਕਿਊ ਚਾਰਜ ਐਂਡ ਵੀ ਕੈਨ ਫਾਈਂਡ ਆਊਟ ਦਿਸ ਵੈਲਿਊ। ਜਾਂ ਫਿਰ ਜਿਹੜਾ ਆਪਾਂ 3.1 ਇੰਟੂ 10⁻18 ਕੀਤਾ ਸੀ, ਇਹਨੂੰ ਮਲਟੀਪਲਾਈ ਕਰ ਦਿਓ 3600 ਨਾਲ, ਵੀ ਵਿਲ ਗੈਟ ਦ ਆਂਸਰ। ठीक है जी, ओके, ठीक है जी, Yes. यस सर। ओके। नाउ a copper wire of area of cross section is 4 millimeter square, ਆਪਾਂ ਨੂੰ area of cross section ਦਿੱਤਾ ਹੋਇਆ and 4 ਮੀਟਰ ਲੌਂਗ, ਇੱਕ ਜਿਹੜੀ ਕਹਿੰਦਾ ਲੈਂਥ ਹੈ ਕਾਪਰ ਵਾਇਰ ਦੀ ਉਹ 4 ਮੀਟਰ ਤੱਕ ਕਹਿੰਦਾ ਲੰਬੀ ਹੈ, ਤੇ ਇਹਦਾ ਕ੍ਰੋਸ ਸੈਕਸ਼ਨ ਜਿਹੜਾ ਹੈਗਾ 4 mm ਦਾ ਕ੍ਰੋਸ ਸੈਕਸ਼ਨ ਹੈ। ਇਸ ਦੇ ਵਿੱਚ ਕਹਿੰਦਾ 10 ਐਂਪੀਅਰ ਕਰੰਟ ਜਾ ਰਿਹਾ ਹੈ, ਆਪਾਂ ਨੂੰ ਕਰੰਟ ਵੀ ਦਿੱਤਾ ਹੋਇਆ ਉਹਨੇ 10 ਐਂਪੀਅਰ। ਠੀਕ ਹੈ, ਏਰੀਆ ਦਿੱਤਾ ਹੋਇਆ, ਲੈਂਥ ਦਿੱਤੀ ਹੋਈ ਹੈ। ਨੰਬਰ ਆਫ ਡੈਂਸਿਟੀ ਆਫ ਫ੍ਰੀ ਇਲੈਕਟ੍ਰੋਨ ਇਜ਼ 8 ਗੁਣਾ 28 ਮੀਟਰ ਕਿਊਬ। ਹਾਊ ਮਚ ਟਾਈਮ ਇਜ਼ ਰਿਕੁਆਇਰਡ ਬਾਈ ਐਨ ਇਲੈਕਟ੍ਰੋਨ ਟੂ ਟਰੈਵਲ ਟੂ ਦ ਲੈਂਥ ਆਫ ਵਾਇਰ। ਹੁਣ ਆਪਣੇ ਕੋਲ ਫਾਰਮੂਲਾ ਕੀ ਸੀ, I ਇਜ਼ ਇਕੁਅਲ ਟੂ N ਇੰਟੂ ਇਲੈਕਟ੍ਰੋਨ इंटू A इंटू VD। ठीक है, ਹੁਣ ਵੈਲੋਸਿਟੀ ਕੀ ਹੈਗੀ, ਵੈਲੋਸਿਟੀ ਕੀ ਹੈ ਇਸ ਇਲੈਕਟ੍ਰੋਨਾਂ ਦੀ, ਇੰਨੇ ਇਲੈਕਟ੍ਰੋਨਾਂ ਦੀ ਇਸ ਦੇ ਵਿੱਚੋਂ ਪਾਸ ਕਰਨ ਦੀ, ਇਹ ਜਿਹੜਾ ਡਿਸਟੈਂਸ ਹੈ ਇਹ ਡਿਸਟੈਂਸ ਟਰੈਵਲ ਕਰਨ ਦੀ, ਤੇ ਕੁਝ ਟਾਈਮ ਇੰਟਰਵਲ ਨਾਲ T, ਤਾਂ N ਇਜ਼ ਇਕੁਅਲ ਟੂ NEA ਇੰਟੂ ਦ ਲੈਂਥ ਆਫ ਦ ਵਾਇਰ ਅਪੋਨ ਟਾਈਮ, ਐਂਡ ਵੀ ਨੀਡ ਟੂ ਫਾਈਂਡ ਆਊਟ ਦਿਸ ਟਾਈਮ, ਬਿਕੋਜ਼ ਆਪਣੇ ਕੋਲ N ਹੈਗਾ, that is this one electron ਦਾ ਚਾਰਜ ਹੈਗਾ, ਏਰੀਆ ਹੈਗਾ, distance that is 4 ਮੀਟਰ ਹੈ, we need to find out the T। ਠੀਕ ਹੈ ਜੀ, ਫਾਰਮੂਲਾ ਕੀ ਬਣ ਜਾਏਗਾ, T would be equal to number of electron, charge on electron, area that is 4 mm square ਹੈ ਨਾ, ਤਾਂ ਯੂਨਿਟ ਕੀ ਆ ਜਾਣਗੇ 4 ਗੁਣਾ 10 ਦੀ ਪਾਵਰ -6, 1000 ना करोगे ना, 1000 बटा 1000 मीटर च आ जाऊंगा ना, राइट। तो 4 मीटर लेंथ है, डिवाइड बाय द करंट दैट इज 10 एम्पीयर। अपने को टाइम की वैल्यू आ जाएगी सेकंड के हिसाब से। ठीक है जी, यही किया होगा, आई किया होगा। ठीक है जी, VD कट ली, VD तो बाद इनू टाइम की वैल्यू कट ली। 5.5 ਘੰਟਿਆਂ ਦੇ ਵਿੱਚ ਅਰਾਊਂਡ ਇਹ ਮਤਲਬ ਇੰਨੇ ਇਲੈਕਟ੍ਰੋਨ ਜਿਹੜੇ ਨੇ ਜਾਂ ਹੈ ਨਾ ਫਲੋ ਕਰਨਗੇ ਇਸ ਇੰਨੇ ਐਂਪੀਅਰ ਦੇ ਵਿੱਚ। ਠੀਕ ਹੈ ਜੀ, ਓਕੇ ਜੀ, ਐਨੀ ਡਾਊਟ? ਆ ਦੇਖੋ I ਇਜ਼ ਇਕੁਅਲ ਟੂ NEVD, ਆਪਣੇ ਕੋਲ I ਹੈਗਾ, ਏਰੀਆ ਹੈਗਾ 4 mm, ਦੈਟ ਇਜ਼ 4 × 10⁻⁶, E ਹੈਗਾ, N ਨੰਬਰ ਆਫ ਇਲੈਕਟ੍ਰੋਨ ਹੈਗੇ ਨੇ। ਓਕੇ, ਤਾਂ ਇਸ ਦੇ ਵਿੱਚ ਆਪਾਂ ਪੁੱਟ ਅਪ ਕਰ ਦਾਂਗੇ, ਵਿਲ ਫਾਈਂਡ ਆਊਟ ਦ ਵੈਲਿਊ ਆਫ ਵੈਲੋਸਿਟੀ, ਡ੍ਰਿਫਟ ਵੈਲੋਸਿਟੀ VD, ਡ੍ਰਿਫਟ ਵੈਲੋਸਿਟੀ ਇਜ਼ ਇਕੁਅਲ ਟੂ ਲੈਂਥ ਅਪੋਨ ਟਾਈਮ, ਲੈਂਥ ਇਜ਼ 4 ਮੀਟਰ, ਵੀ ਵਿਲ ਫਾਈਂਡ ਆਊਟ ਦ ਵੈਲਿਊ ਆਫ ਦਿਸ। ਠੀਕ ਹੈ ਜੀ, ਓਕੇ, ਸਮਝ ਆ ਗਿਆ ਕਿ ਸਮਝਾਵਾਂ ਦੁਬਾਰਾ? ਆ ਗਏ ਜੀ। ਰਣਦੀਪ ਹੈ ਅਵੇਲੇਬਲ?
समझ आ गया रणदीप? समझा दो सर एक बार। समझा, ओके, कह देना सी पहले ही। ओके, कुछ नहीं हैगा, दोबारा समझाना। ਇਹ ਕਹਿੰਦਾ ਇੱਕ ਕੋਈ ਪਾਈਪ ਹੈ, ਇਹਦੀ ਲੈਂਥ ਹੈਗੀ ਹੈ 4 ਮੀਟਰ, ਇਹਦਾ ਕ੍ਰੋਸ ਸੈਕਸ਼ਨ ਏਰੀਆ ਹੈਗਾ 4 mm² ਦਾ। ਇਸ ਦੇ ਵਿੱਚੋਂ ਕਹਿੰਦਾ ਕੁਛ ਇਲੈਕਟ੍ਰੋਨ ਨੇ ਜਿਹੜੇ ਆਪਾਂ ਫਲੋ ਕਰਾਣੇ ਨੇ, ਮੰਨ ਲਓ ਹੈਗੇ ਆ 8 × 10⁻28, ਠੀਕ ਹੈ। ਇੰਨੇ ਇਲੈਕਟ੍ਰੋਨ ਕਹਿੰਦੇ ਇਸ 'ਚ ਦੀ ਫਲੋ ਕਰਾਣੇ ਨੇ। ਜਿਹੜਾ ਇੱਥੇ ਆਪਾਂ ਐਮ ਮੀਟਰ ਲਾਇਆ ਹੈਗਾ, ਉੱਥੇ ਕਹਿੰਦਾ ਕਰੰਟ ਦਿਖਾ ਰਿਹਾ 10 ਐਂਪੀਅਰ। ਠੀਕ ਹੋ ਗਈ ਜੀ ਗੱਲ? 10 ਐਂਪੀਅਰ ਕਹਿੰਦਾ ਕਰੰਟ ਆ ਰਿਹਾ ਹੈਗਾ, ਤੇ ਇਸ 'ਚ ਮੈਂ ਦੱਸਤਾ ਵੀ ਇੰਨੇ ਇਲੈਕਟ੍ਰੋਨ ਜਿਹੜੇ ਨੇ ਫਲੋ ਕਰਦੇ ਪਏ ਨੇ। ਇਹ ਕੰਡਕਟਰ ਦਾ ਮੈਂ ਪੈਰਾਮੀਟਰ ਦੱਸਤਾ ਵੀ ਇਹਦਾ ਕ੍ਰੋਸ ਸੈਕਸ਼ਨ ਏਰੀਆ ਕਿੰਨਾ ਹੈ, ਕਿੰਨਾ ਮੋਟਾ ਕੰਡਕਟਰ ਹੈ ਇਹ, ਤੇ ਇਹਦੀ ਕਿੰਨੀ ਲੈਂਥ ਹੈ, ਕਿੰਨਾ ਲੰਬਾ ਹੈ ਕੰਡਕਟਰ। ਠੀਕ ਹੈ ਜੀ, ਓਕੇ। ਇਹ ਕਹਿੰਦਾ ਮੈਨੂੰ ਦੱਸੋ ਵੀ ਇੰਨੇ ਇਲੈਕਟ੍ਰੋਨਾਂ ਨੂੰ ਇਸ ਕੰਡਕਟਰ ਦੇ ਵਿੱਚ ਦੀ ਪਾਸ ਕਰਨ ਲਈ ਕਿੰਨਾ ਟਾਈਮ ਲੱਗੂਗਾ। ਠੀਕ ਹੈ ਜੀ, ਜੇ ਕਰੰਟ ਦੀ ਵੈਲਿਊ 10 ਐਂਪੀਅਰ ਹੈ, ਜੇ ਇਹ ਮੰਨ ਲਓ ਕਰੰਟ 10 ਐਂਪੀਅਰ ਹੈ, ਫਿਰ ਹੁਣ ਆਪਾਂ ਇੱਕ ਫਾਰਮੂਲਾ ਕੀਤਾ ਹੈਗਾ, I ਜਿਹੜੀ ਕਰੰਟ ਹੈ, ਜਿਹੜਾ ਕਿ ਆਪਣੇ ਕੋਲ 10 ਐਂਪੀਅਰ ਹੈ, ਦੈਟ ਇਜ਼ ਇਕੁਅਲ ਟੂ ਨੰਬਰ ਆਫ ਇਲੈਕਟ੍ਰੋਨ ਜਿਹੜੇ ਇੰਨੇ ਪਾਸ ਕਰਦੇ ਪਏ ਨੇ ਇਸ ਦੇ ਵਿੱਚ ਦੀ, ਠੀਕ ਹੈ, ਗੁਣਾ ਚਾਰਜ ਕਿੰਨਾ ਇਲੈਕਟ੍ਰੋਨ ਤੇ, ਹੈ ਨਾ, ਗੁਣਾ ਇਹ ਏਰੀਆ ਆਫ ਕ੍ਰੋਸ ਸੈਕਸ਼ਨ ਜਿਹੜਾ ਕਿ 4 mm² ਹੈ। ਹੁਣ 4 mm² ਨੂੰ ਮੀਟਰ 'ਚ ਕਨਵਰਟ ਕਰਾਂਗੇ ਤਾਂ ਕੀ ਹੋਊਗਾ, 4/1000/1000, ਇਹ ਮੀਟਰ ਸਕੁਅਰ 'ਚ ਵੈਲਿਊ ਆ ਜੂਗੀ। ਇਹ ਇਕੁਅਲ ਟੂ ਹੋਗੀ 4 × 10⁻⁻6 ਮੀਟਰ ਸਕੁਅਰ। ਠੀਕ ਹੈ ਜੀ, ਤਾਂ ਵੈਲਿਊ ਕਿੰਨੀ ਹੋਗੀ, 4 × 10⁻⁻6। ਠੀਕ ਹੈ, ਓਕੇ। ਗੁਣਾ ਡ੍ਰਿਫਟ ਵੈਲੋਸਿਟੀ। ਡ੍ਰਿਫਟ ਵੈਲੋਸਿਟੀ ਆਪਾਂ ਨੂੰ ਪਤਾ ਨਹੀਂ, ਇਹ ਆਪਾਂ ਕੱਢ ਲਾਂਗੇ ਇੱਥੋਂ ਵੈਲਿਊ, ਬਾਕੀ ਤਾਂ ਸਾਰਾ ਕੁਝ ਹੈਗਾ ਨਾ। n ਆਪਣੇ ਕੋਲ ਹੈਗਾ 8 × 10⁻28, E ਕਿੰਨਾ 1.602 × 10⁻−90। ਠੀਕ ਹੈ ਜੀ, ਤਾਂ ਆਪਾਂ ਕਰੰਟ ਵੀ ਆਪਣੇ ਕੋਲ ਹੈਗਾ, ਤਾਂ ਡ੍ਰਿਫਟ ਦੀ ਵੈਲੋਸਿਟੀ ਨਿਕਲ ਆਊਗੀ ਨਾ, ਇਹੀ ਆਪਾਂ ਕੱਢੀ ਹੈ ਇੱਥੇ। ਆ ਡ੍ਰਿਫਟ ਵੈਲੋਸਿਟੀ ਆਪਾਂ ਕੱਢ ਲਈ, ਇਹ ਵੈਲੋਸਿਟੀ ਆਪਣੇ ਕੋਲ ਆ ਗਈ। ਹੁਣ ਇਹ ਕੀ ਕਹਿ ਰਿਹਾ ਹੈਗਾ, ਕਹਿੰਦਾ ਜਿਹੜੇ ਇੰਨੇ ਇਲੈਕਟ੍ਰੋਨ ਨੇ ਇਹ ਇਸ ਗਤੀ ਨਾਲ ਇਸ 4 ਮੀਟਰ ਦੀ ਲੈਂਥ ਦੇ ਵਿੱਚੋਂ ਜਾ ਰਹੇ ਨੇ, ਤਾਂ ਟਾਈਮ ਪੀਰੀਅਡ ਕੱਢਣਾ ਹੈ। ਵੀ ਨੋ ਕਿ ਡ੍ਰਿਫਟ ਵੈਲੋਸਿਟੀ ਜਿਹੜੀ ਹੈਗੀ ਹੈ ਦੈਟ ਵਿਲ ਬੀ ਇਕੁਅਲ ਟੂ ਡਿਸਟੈਂਸ ਜਾਂ ਲੈਂਥ ਬਟੇ ਟਾਈਮ, ਤੇ ਆਪਾਂ ਟਾਈਮ ਹੀ ਕੱਢਣਾ ਹੈਗਾ। ਲੈਂਥ ਆਪਾਂ ਨੂੰ ਦਿੱਤੀ ਹੋਈ ਹੈ 4 ਮੀਟਰ, ਠੀਕ ਹੈ ਜੀ, ਤਾਂ T ਇਜ਼ ਇਕੁਅਲ ਟੂ 4/1.95 ਜਿਹੜੀ ਹੈ ਡ੍ਰਿਫਟ ਵੈਲੋਸਿਟੀ ਆਈ ਹੈ ਆਪਣੇ ਕੋਲ। ਟਾਈਮ ਆ ਜਾਏਗਾ ਸੈਕਿੰਡ ਦੇ ਵਿੱਚ, ਕਿੰਨਾ ਆ ਜਾਏਗਾ, ਅਰਾਊਂਡ 2 × 10⁻⁴ ਸੈਕਿੰਡ। ਜਿਹੜੇ ਜੇ ਆਪਾਂ ਇਹਨੂੰ ਡਿਵਾਈਡ ਕਰ ਦਾਂਗੇ 60 ਨਾਲ, ਵੀ ਵਿਲ ਗੈਟ ਦ ਵੈਲਿਊ ਇਨ ਮਿੰਟ। ਇੱਕ ਵਾਰ ਫਿਰ 60 ਨਾਲ ਕਰ ਦਾਂਗੇ ਤਾਂ ਇਹ ਘੰਟਿਆਂ 'ਚ ਵੈਲਿਊ ਆ ਜਾਏਗੀ। ਠੀਕ ਹੈ, ਇਹਦਾ ਮਤਲਬ 5.7 ਘੰਟੇ ਦੇ ਵਿੱਚ ਉਹਨਾਂ ਚਾਰਜ ਜਿਹੜਾ ਫਲੋ ਕਰੂਗਾ। ਠੀਕ ਹੈ ਜੀ, ਹੁਣ ਸਮਝ ਆ ਗਿਆ ਰਣਦੀਪ? ਹਾਂਜੀ, ਕਿਸੇ ਨੂੰ ਨਾ ਸਮਝ ਆਇਆ ਹੋਵੇ? ਚੱਲੀਏ ਅੱਗੇ, ਓਕੇ। यस सर। Area of cross section of a copper wire is 3 × 10⁻⁻6 ਮੀਟਰ ਸਕੁਅਰ। ਆਪਾਂ ਨੂੰ ਏਰੀਆ ਦਿੱਤਾ ਹੋਇਆ, ਠੀਕ ਹੈ। ਇਟ ਕੈਰੀਜ਼ ਅ ਕਰੰਟ ਆਫ 4.2 ਐਂਪੀਅਰ, ਕਰੰਟ ਦੀ ਵੈਲਿਊ ਵੀ ਦਿੱਤੀ ਹੋਈ ਹੈ, ਠੀਕ ਹੈ। ਕਰੰਟ ਡੈਂਸਿਟੀ ਇਨ ਦ ਵਾਇਰ ਕੱਢਣੀ ਹੈ, ਠੀਕ ਹੈ। ਡੈਂਸਿਟੀ ਆਫ ਕਰੰਟ ਦੈਟ ਇਜ਼ ਨੰਬਰ ਆਫ ਇਲੈਕਟ੍ਰੋਨ ਕੱਢਣੇ ਨੇ ਬਾਹਰ ਵੀ ਕਿੰਨੇ ਨੇ, ਠੀਕ ਹੈ ਜੀ। The drift velocity of the electron, the number of density of connected electron is ਇੰਨੇ। ਪਹਿਲਾਂ ਤਾਂ ਆਪਾਂ ਡੈਂਸਿਟੀ ਕੱਢਾਂਗੇ। ਕਰੰਟ ਡੈਂਸਿਟੀ ਮਤਲਬ ਕਰੰਟ ਜਿਹੜਾ ਫਲੋ ਕਰ ਰਿਹਾ ਹੈ ਦੈਟ ਇਜ਼ ਐਂਪੀਅਰ ਪਰ ਮੀਟਰ ਸਕੁਅਰ, ਉਹ ਆਪਾਂ ਕੱਢਣਾ ਹੈ, ਦੈਟਸ ਇਟ। ਤਾਂ ਉਹ ਕਿੰਨਾ ਆ ਜਾਏਗਾ, 4.2/3 × 10⁻⁻6, ਦੈਟਸ ਇਟ, ਆਨਸਰ ਆ ਜਾਏਗਾ। ਆਹੀ ਕੀਤਾ ਹੋਇਆ, ਠੀਕ ਹੈ ਜੀ। ਦੈਟ ਇਜ਼ 1.4 × 10⁻6 ਐਂਪੀਅਰ ਪਰ ਮੀਟਰ ਸਕੁਅਰ।
ਕਿਤੇ ਵੀ ਜੇ ਡੈਂਸਿਟੀ ਆਉਂਦਾ ਹੈ ਨਾ, ਡੈਂਸਿਟੀ ਦਾ ਮਤਲਬ ਵੀ ਕਿਸੇ ਚੀਜ਼ ਦਾ ਪਰ ਯੂਨਿਟ ਏਰੀਆ। ਹੁਣ ਇਹਨੇ ਕਰੰਟ ਕਿਹਾ ਤਾਂ ਕਰੰਟ ਦਾ ਪਰ ਯੂਨਿਟ ਏਰੀਆ ਹੈ ਨਾ, ਕਰੰਟ ਦੀ ਵੈਲਿਊ ਦਿੱਤੀ ਹੋਈ ਹੈ, ਏਰੀਆ ਦੀ ਵੈਲਿਊ ਦਿੱਤੀ ਹੋਈ ਹੈ, ਵੀ ਜਸਟ ਫਾਈਂਡ ਆਊਟ ਦ ਵੈਲਿਊ ਆਫ ਕਰੰਟ ਡੈਂਸਿਟੀ। ਠੀਕ ਹੈ ਜੀ, ਓਕੇ। ਹੁਣ ਕਹਿੰਦਾ ਡ੍ਰਿਫਟ ਵੈਲੋਸਿਟੀ VD ਫਾਈਂਡ ਆਊਟ ਕਰੋ ਇਹਦੇ ਲਈ। ਜੇ ਕਹਿੰਦਾ ਨੰਬਰ ਆਫ ਇਲੈਕਟ੍ਰੋਨ ਜਿਹੜੇ ਨੇ ਉਹ ਇੰਨੇ ਨੇ, ਦੈਟ ਇਜ਼ 8.4 into 10⁻28, ਇਹ 28 ਹੈ ਸੌਰੀ। ਠੀਕ ਹੈ ਜੀ, ਮੀਟਰ। ਤਾਂ ਹੁਣ I ਦਾ ਫਾਰਮੂਲਾ ਕੀ ਹੁੰਦਾ ਹੈ? I is equal to NEAV। A ਦੀ ਵੈਲਿਊ ਵੀ ਆਪਣੇ ਕੋਲ ਹੈਗੀ ਹੈ, N ਵੀ ਹੈਗਾ, E ਵੀ ਹੈਗਾ ਤੇ ਕਰੰਟ ਵੀ ਹੈਗਾ। ਡ੍ਰਿਫਟ ਵੈਲੋਸਿਟੀ ਕੱਢ ਲਾਂਗੇ। ਠੀਕ ਹੈ ਜੀ, ਸਾਰੀਆਂ ਵੈਲਿਊਜ਼ ਆਪਾਂ ਪੁੱਟ ਅਪ ਕਰਤੀਆਂ। 8.4 ਗੁਣਾ 10⁻28 ਜਿਹੜੀ ਕਿ N ਦੀ ਵੈਲਿਊ ਦਿੱਤੀ ਹੋਈ ਸੀ, E ਦੀ ਵੈਲਿਊ ਆਹ ਵਾਲੀ ਦਿੱਤੀ ਹੋਈ ਆਪਣੇ ਹੈਗੀ ਆਪਣੇ ਕੋਲ, ਏਰੀਆ ਆਪਣੇ ਕੋਲ ਹੈਗਾ 3 into 10⁻⁻6, ਕਰੰਟ ਦੀ ਵੈਲਿਊ ਵੀ ਉਹਨੂੰ ਦਿੱਤੀ ਹੋਈ ਹੈ, ਦੈਟ ਇਜ਼ 4.2 ਐਂਪੀਅਰ। ਠੀਕ ਹੈ ਜੀ, we will get the drift velocity which will be in the meter per second। ठीक है जी, ओके ओके। यस सर।